ਛੋਟੀ ਤੋਂ ਛੋਟੀ ਚੀਜ਼ ਇਹ ਤੁਸੀਂ ਸਿੱਖੋ, ਕਰੋ, ਕਰਨ ਦੀ ਕੋਸ਼ਿਸ਼ ਕਰੋ। ਰਾਦਰ ਦੈਨ ਆਪਾਂ ਬੈਠੀਏ ਸੋਚੇ ਰਹੀਏ ਵੀ ਐਂ ਕਰ, ਕੁਛ ਨਾ ਕੁਛ ਕਰੋਗੇ ਤਾਂ ਰੱਬ ਆਪੇ ਹੀ ਸਾਥ ਦਿੰਦਾ ਜੀ। ਐਂਡ ਤੁਸੀਂ ਇੱਕ ਆਪਦਾ ਸੈਲਫ ਇੰਡੀਪੈਂਡੈਂਟ ਹੁੰਦੇ ਹੋ, ਤੁਸੀਂ ਕੌਨਫੀਡੈਂਟ ਹੁੰਦੇ ਹੋ, ਤੁਸੀਂ ਆਪਦੇ ਬੱਚਿਆਂ ਨੂੰ ਕੌਨਫੀਡੈਂਟ ਦੇ ਸਕਦੇ ਹੋ। ਜੋ ਮਦਰ ਦੇ ਸਕਦੀ ਹੈ ਨਾ ਜੀ ਆਪਦੇ ਬੱਚਿਆਂ ਨੂੰ ਕੌਨਫੀਡੈਂਸ, ਨੋਬਡੀ ਕੈਨ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਟਵੀਨ ਅਸ ਵਿਦ ਬਿੰਦੂ ਬਰਾੜ। ਪਰਮਾਤਮਾ ਦੀ ਬਣਾਈ ਹੋਈ ਹਰ ਚੀਜ਼ ਖੂਬਸੂਰਤ ਹੈ, ਔਰ ਜਿੱਥੇ ਖੂਬਸੂਰਤੀ ਦੀ ਗੱਲ ਹੋਵੇ ਉੱਥੇ ਔਰਤ ਦੀ ਨਾ ਗੱਲ ਹੋਵੇ, ਔਰ ਜਿੱਥੇ ਔਰਤ ਦੀ ਗੱਲ ਹੋਵੇ ਉੱਥੇ ਸੂਟਾਂ ਦੀ ਨਾ ਗੱਲ ਹੋਵੇ। ਇਹ ਤਾਂ ਹੋ ਹੀ ਨਹੀਂ ਸਕਦਾ। ਸੋ ਅੱਜ ਤੁਸੀਂ ਮੇਰਾ ਦੇਖ ਹੀ ਲਿਆ ਹੋਣਾ ਹੈ ਕਿ ਆਪਾਂ ਕਿੱਥੇ ਆਏ ਹਾਂ, ਕਿਹਨੂੰ ਮਿਲਣਾ ਆ, ਉਹ ਮੈਂ ਤੁਹਾਨੂੰ ਹੁਣ ਦੱਸਾਂਗੀ। ਆਪਾਂ ਮਿਲਦੇ ਹਾਂ ਅੱਜ ਬਹੁਤ ਹੀ ਟੈਲੈਂਟਡ ਫੈਸ਼ਨ ਡਿਜ਼ਾਈਨਰ ਸੁਖਮਨ ਭਿੰਡਰ ਨੂੰ, ਜਿਨ੍ਹਾਂ ਨੇ ਦ ਰੋਜ਼ ਗਰਲ ਦੇ ਨਾਮ ਨਾਲ ਉਹਨਾਂ ਨੇ ਆਪਣਾ ਸਟੂਡੀਓ ਖੋਲ੍ਹਿਆ ਹੋਇਆ ਹੈ, ਫੈਸ਼ਨ ਸਟੂਡੀਓ। ਸੋ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸੂਟਾਂ ਨਾਲ ਇੰਜੋਏ ਕਰਦੇ ਹਾਂ। ਆਓ ਫਿਰ ਉਹਨਾਂ ਦਾ ਸਵਾਗਤ ਕਰੀਏ। ਸੁਖਮਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਊ ਆਰ ਯੂ? ਆਈ ਐਮ ਗੁੱਡ, ਤੁਸੀਂ ਦੱਸੋ ਕਿੱਦਾਂ? ਠੀਕ ਠਾਕ? ਆਲ ਗੁੱਡ। ਔਰ ਛੋਟੀ ਬੇਬੀ ਠੀਕ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਅਸੀਂ ਉਹਨੂੰ ਹਮੇਸ਼ਾ ਅਸੀਸ ਦਿੰਦੇ ਹਾਂ। ਥੈਂਕ ਯੂ ਜੀ। ਅੱਛਾ ਸੁਖਮਨ ਜੀ, ਮੈਂ ਸਟਾਰਟਿੰਗ ਦੀ ਗੱਲ ਕਰਾਂ ਤਾਂ ਦ ਰੋਜ਼ ਗਰਲ, ਹਾਂਜੀ, ਇਸ ਨਾਮ ਪਿੱਛੇ ਕੀ ਸਟੋਰੀ ਹੈ? ਇਸ ਨਾਮ ਪਿੱਛੇ ਬੜੀ ਛੋਟੀ ਜੀ ਸਟੋਰੀ ਹੈ। ਐਕਚੁਅਲੀ ਮੇਰਾ ਇੰਟਰਸਟ ਇਜ਼ ਆਲਵੇਜ਼ ਟੂਵਰਡ ਸਮਥਿੰਗ ਵਿਚ ਇਜ਼ ਵੈਰੀ ਇੰਟ੍ਰਿਕੇਟ ਐਂਡ ਡੈਲੀਕੇਟ, ਐਂਡ ਕੋਈ ਵੀ ਇਹੋ ਜਿਹਾ ਵਰਡਸ ਫਲਾਰ ਨਹੀਂ ਹੈ ਵਿਚ ਇਜ਼ ਬੈਟਰ ਦੈਨ ਰੋਜ਼, ਆਈ ਵੁੱਡ ਸੇ। ਉਹਦੀ ਇੰਟ੍ਰਿਕੇਸੀ, ਉਹਦੀ ਡਿਟੇਲਿੰਗ, ਉਹਦੇ 'ਚ ਆਪਦੇ 'ਚ ਇੱਕ ਇੰਨੀ ਵਧੀਆ ਚੀਜ਼ ਹੈ ਕਿ ਉਹ ਤੁਹਾਨੂੰ ਆਪ ਨੂੰ ਅਟਰੈਕਟ ਕਰਦਾ ਫਲਾਰ। ਐਂਡ ਮਾਈ ਮਦਰ ਯੂਜ਼ ਟੂ ਪੇਂਟ, ਸ਼ੀ ਇਜ਼ ਐਨ ਆਰਟਿਸਟ। ਉਹ ਜਦੋਂ ਪੇਂਟਿੰਗ ਕਰਦੇ ਸੀ ਤਾਂ ਮੈਂ ਉਹਨਾਂ ਨੂੰ ਵੇਖਦੀ ਹੁੰਦੀ ਸੀ, ਐਂਡ ਸ਼ੀ ਇਜ਼ ਟੂ ਮੇਕ ਰੋਜ਼ਿਸ। ਸੋ ਉਹਦੇ ਤੋਂ ਮੈਂ ਬਹੁਤ ਇੰਸਪਾਇਰਡ ਸੀ, ਐਂਡ ਮੇਰਾ ਟੇਸਟ ਥੋੜ੍ਹਾ ਜਿਹਾ ਲੀਨਿੰਗ ਟੂਵਰਡਸ ਦ ਵਿਕਟੋਰੀਅਨ ਸਾਈਡ। ਸੋ ਉਹਦੇ 'ਚ ਥੋੜ੍ਹੇ ਜਿਹੇ ਜ਼ਿਆਦਾ ਰੋਜ਼ਿਸ ਐਂਡ ਐਵਰ। ਸੋ ਆਈ ਨੋ ਦੈਟਸ ਵਾਈ ਆਈ ਲਾਈਕ ਰੋਜ਼, ਸੋ ਦੈਟਸ ਵਾਈ ਮੇ ਬੀ ਮੈਨੂੰ। ਹਾਂਜੀ ਹਾਂ, ਤੁਹਾਡੇ ਨਾ ਜਿਹੜੇ ਤੁਸੀਂ ਡਰੈਸ ਡਿਜ਼ਾਈਨ ਕਰਦੇ ਹੋ ਸਭ 'ਚ ਮੈਂ ਦੇਖਿਆ ਕਿਤੇ ਨਾ ਕਿਤੇ ਰੋਜ਼ ਹੁੰਦਾ ਹੈ ਨਾ? ਹਾਂਜੀ, ਦੈਟਸ ਹਾਊ ਆਈ ਸਟਾਰਟਡ ਬਿੰਦੂ ਜੀ। ਬੇਸਿਕਲੀ ਮਾਈ ਮਦਰ ਵਾਜ਼ ਐਨ ਆਰਟਿਸਟ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਸ਼ੀ ਯੂਜ਼ ਟੂ ਪੇਂਟ, ਬਟ ਕਦੇ ਉਹਨਾਂ ਨੂੰ ਐਡੇ ਵੱਡੇ ਲੈਵਲ 'ਤੇ ਨਹੀਂ ਆਪਦਾ ਉਹ ਟੈਲੈਂਟ ਸ਼ੋਕੇਸ ਕਰਨ ਦਾ ਮੌਕਾ ਮਿਲਿਆ ਸੀਗਾ। ਇੱਕ ਦਿਨ ਅਸੀਂ ਦੋਨੇ ਬੈਠੇ ਸੀਗੇ, ਵੀ ਵਰ ਸਿਟਿੰਗ ਅਰਾਊਂਡ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਕਿਉਂ ਨਾ ਆਪਾਂ ਰੋਜ਼ਿਸ ਪੇਂਟ ਕਰਕੇ ਔਨਲਾਈਨ ਪਾਈਏ। ਇੱਕ ਦੁਪੱਟਾ ਅਸੀਂ ਲਿਆ ਜੀ, ਉਦੋਂ ਆਈ ਥਿੰਕ 700 ਰੁਪੀਜ਼ ਦਾ ਆਉਂਦਾ ਸੀ ਚਨੌਨ ਸ਼ਿਫੋਨ ਦਾ ਦੁਪੱਟਾ। ਅਸੀਂ ਲਿਆ ਮਾਰਕੀਟ 'ਚ, ਅਸੀਂ ਦੋਨੋਂ ਜਣੇ ਗਏ। ਵੀ ਹੈਡ ਨੋ ਬੈਕਗਰਾਊਂਡ ਆਫ ਬੁਟੀਕ, ਸਾਨੂੰ ਦੋਨਾਂ ਨੂੰ ਨਹੀਂ ਸੀ ਕੁਛ ਪਤਾ। ਮੇਰੇ ਮਦਰ ਨੇ ਪੇਂਟ ਕੀਤਾ, ਮੈਂ ਉਹਦੇ 'ਤੇ ਕੁਛ ਵੀ ਨਹੀਂ ਕਰਾਇਆ, ਵਾਈਟ ਸੀਗਾ ਜੀ, ਇਟ ਹੈਡ ਨਥਿੰਗ। ਅਤੇ ਉਹਨੂੰ ਅਸੀਂ ਪੇਂਟ ਕਰਕੇ ਅਤੇ ਮੈਂ ਔਨਲਾਈਨ ਆ ਪੇਜ ਬਣਾ ਕੇ ਪਾਇਆ, ਅਤੇ ਆਈ ਗੋਟ ਅ ਕਲਾਇੰਟ ਵੈਰੀ ਨੈਕਸਟ ਡੇ। ਉਹ ਮੇਰੇ ਕੋਲ ਆਏ, ਉਹਨਾਂ ਨੇ ਕਿਹਾ ਜੀ ਤੁਸੀਂ ਆ ਦੁਪੱਟਾ ਕਿੰਨੇ ਦਾ ਸੇਲ ਕਰੋਗੇ? ਆਈ ਵਾਜ਼ ਵੈਰੀ ਨੇਵ, ਮੈਨੂੰ ਨਹੀਂ ਸੀ ਪਤਾ। ਮੈਂ ਉਹਨਾਂ ਨੂੰ ਕਿਹਾ ਜੀ ਹੁਣ ਮੈਨੂੰ ਨਹੀਂ ਪਤਾ ਕਿੰਨੇ ਦਾ ਸੇਲ ਕਰਾਂ। ਉਹ ਕਹਿੰਦੇ ਫਿਰ ਵੀ ਕੁਝ ਦੱਸੋ। ਐਂਡ ਆਈ ਵਾਜ਼ ਲਾਈਕ ਜੀ 2000-2500 ਰੁਪਏ ਦੇ ਦਿਓ। ਸੋ ਦੈਟਸ ਹਾਊ ਆਈ ਸੋਲਡ ਮਾਈ ਫਰਸਟ ਦੁਪੱਟਾ। ਦੈਟਸ ਹਾਊ ਇਟ ਸਟਾਰਟਡ। ਇੱਥੋਂ ਹੋਈ ਦ ਰੋਜ਼ ਗਰਲ ਦੀ ਦੀ ਸ਼ੁਰੂਆਤ। ਹਾਂਜੀ, ਦੇयर ਵਾਜ਼ ਨੋ okay. ਕੈਪੀਟਲ, ਨੋ ਬਿਗ ਫੰਡਸ, ਨੋ ਬਿਗ ਇਨਵੈਸਟਮੈਂਟ ਵੀ ਜੀ, ਬੜੀ ਵੱਡੀ ਇਨਵੈਸਟਮੈਂਟ ਹੈ ਸਾਡੇ ਕੋਲ। ਜਸਟ ਇੱਕ ਆਈਡੀਆ ਸੀਗਾ ਕਿ ਲੋਕਾਂ ਨੂੰ ਪਸੰਦ ਆਊਗਾ, ਲੋਕਾਂ ਨੇ ਪਿਆਰ ਬੜਾ ਦਿੱਤਾ ਉਸ ਚੀਜ਼ ਨੂੰ। ਸਹੀ ਗੱਲ ਹੈ। ਅੱਛਾ ਸੁਖਮਨ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਇੱਕ ਗੱਲਬਾਤ ਵਧਾਈਏ, ਮੇਰੀ ਇੱਕ ਪ੍ਰੋਬਲਮ ਹੈ, ਪਹਿਲਾਂ ਮੈਂ ਉਹਦਾ ਸੋਲਿਊਸ਼ਨ, ਮੇਰੀ ਨਹੀਂ, ਮੈਂ ਜਿਹਦੇ ਨਾਲ ਵੀ ਗੱਲ ਕਰਦੀ, ਮੇਰੀਆਂ ਸਿਸਟਰਸ, ਭਾਬੀ ਜਾਂ ਮੇਰੀਆਂ ਫਰੈਂਡਸ, ਜਿਹਦੇ ਨਾਲ ਵੀ ਮੈਂ ਗੱਲ ਕਰ ਲਵਾਂ ਨਾ, ਸੇਮ ਪ੍ਰੋਬਲਮ ਹੁੰਦੀ ਹੈ। ਤਾਂ ਮੈਂ ਅੱਜ ਇੱਕ ਡਰੈਸ ਡਿਜ਼ਾਈਨਰ ਕੋਲ ਹਾਂ, ਤਾਂ ਮੈਂ ਚਾਹੁੰਦੀ ਹਾਂ ਕਿ ਸ਼ਾਇਦ ਮੈਨੂੰ ਸੋਲਿਊਸ਼ਨ ਮਿਲ ਜਾਏ ਅੱਜ। ਪੱਕਾ। ਕਿ ਜਿੱਦਾਂ ਜੋ ਵੀ ਲੇਡੀਜ਼ ਆ, ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਸੀ ਕਿ ਬਹੁਤ ਖੂਬਸੂਰਤ ਹੁੰਦੀਆਂ, ਚਾਹੇ ਕੋਈ 500 ਵਾਲਾ ਸੂਟ ਪਾਉਂਦੀ ਹੈ, 5000 ਵਾਲਾ ਪਾਉਂਦੀ ਹੈ, 50000 ਵਾਲਾ, 5 ਲੱਖ ਵਾਲਾ, ਬਟ ਉਹ ਨਾ ਇੱਕ ਫੀਲਿੰਗ ਸੇਮ ਹੀ ਹੁੰਦੀ ਹੈ। ਸਭ ਉਹ ਅੰਦਰੋਂ ਇੱਕ ਖੁਸ਼ੀ ਆਉਂਦੀ ਹੈ ਕਿ ਮੇਰੇ ਕੋਲ ਨਵਾਂ ਸੂਟ ਆਇਆ ਹੈ ਨਾ। ਤਾਂ ਜਿੱਦਾਂ ਮੈਂ ਜਿੰਨੇ ਜੋਗੀ ਹੈਗੀ ਆ, ਮੈਂ ਵੀ ਸੂਟ ਸਿਲਵਾਉਣੀ ਆ। ਤਾਂ ਉਹ ਜਦੋਂ ਸੂਟ ਸਿਲ ਕੇ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਅਲਮਾਰੀ ਖੋਲ੍ਹਦੀ ਹਾਂ, ਜਗ੍ਹਾ ਨਹੀਂ ਹੁੰਦੀ, ਮੈਂ ਉਹਨਾਂ ਨੂੰ ਵਿੱਚ ਮਤਲਬ ਠੂਸ ਕੇ ਵਾੜਦੀ ਹਾਂ ਸੂਟਾਂ ਨੂੰ। ਪਰ ਜਦੋਂ ਮੈਂ ਕਿਤੇ ਜਾਣਾ ਹੁੰਦਾ, ਮੈਂ ਅਲਮਾਰੀਆਂ ਖੋਲ੍ਹਦੀ, ਮੈਨੂੰ ਕੋਈ ਸੂਟ ਕਿਉਂ ਨਹੀਂ ਲੱਭਦਾ ਪਾਉਣ ਨੂੰ, ਕਿ ਮੈਨੂੰ ਐਂ ਲੱਗਦਾ ਹੁੰਦਾ ਮੇਰੇ ਕੋਲ ਤਾਂ ਸੂਟ ਹੀ ਕੋਈ ਨਹੀਂ ਹੈਗਾ। ਇਹ ਮੇਰੀ ਵੀ ਪ੍ਰੋਬਲਮ ਹੈ ਜੀ, ਇਹ ਤਾਂ ਮੇਰਾ ਵੀ ਹੱਲ ਕਰਾ ਦਿਓ ਫਿਰ ਹੀ ਆਪਾਂ ਕਰਾਂਗੇ। ਜਾਨੀ ਕਿ ਫਿਰ ਇਹਦਾ ਕੋਈ ਹੱਲ ਸਭ ਦਾ ਹੀ, ਇਹਦਾ ਕੋਈ ਹੱਲ ਨਹੀਂ ਜੀ, ਇਹਦੇ ਤਾਂ ਮੇਰੇ ਵੀ ਹੱਥ ਖੜੇ ਆ ਇਸ ਪ੍ਰੋਬਲਮ। ਸੱਚੀ ਇਦਾਂ ਹੀ ਹੁੰਦਾ ਨਾ, ਜਦੋਂ ਕਿਤੇ ਜਾਣਾ ਹੁੰਦਾ ਕੋਈ ਸੂਟ ਨਹੀਂ, ਕੋਈ ਸੂਟ ਨਹੀਂ ਦੈਟਸ ਵਿਦ ਐਵਰੀਬਾਡੀ। ਇਹ ਤਾਂ ਮੇਰੇ ਨਾਲ ਵੀ, ਇਹ ਤਾਂ ਮੈਂ ਤੁਹਾਡੇ ਨਾਲ ਆ, ਇਹ ਤਾਂ ਮੈਨੂੰ ਫੋਨ ਕਰ ਲਿਆ ਕਰੋ ਵੀ ਸੁਖਮਨ ਲੱਭਦਾ ਨਹੀਂ ਕੁਝ। ਸੱਚੀ ਮੈਂ ਤਾਂ ਹੁਣ ਦੇਖ ਰਹੀ ਇੰਨੇ ਸੋਹਣੇ ਸੋਹਣੇ ਸੂਟ, ਮੈਂ ਤਾਂ ਇੱਥੇ ਆ ਜਾ ਕਰਨਾ। ਪਰਫੈਕਟ। ਓਕੇ,
ਜਿੱਦਾਂ ਸੁਖਮਨ ਤੁਸੀਂ ਹੁਣ ਇੱਕ ਫੇਮਸ ਡਰੈਸ ਡਿਜ਼ਾਈਨਰ ਹੋ ਹੈ ਨਾ, ਤੇ ਇੱਕ ਡਰੈਸ ਡਿਜ਼ਾਈਨਰ ਇੰਨਾ ਜ਼ਿਆਦਾ ਇਸ ਕੰਮ ਨੂੰ ਆਪਣਾ ਵਕਤ ਦੇਣਾ ਤੇ ਫੈਮਿਲੀ ਨੂੰ ਵੀ ਦੇਖਣਾ, ਛੋਟੀ ਜਿਹੀ ਬੇਟੀ ਹੈ ਤੁਹਾਡੀ ਅਸੀਸ ਹੈ ਨਾ, ਤਾਂ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਸਾਰਾ ਕੁਝ? ਐਕਚੁਅਲੀ ਜੀ ਮੈਨੇਜ ਕੱਲੀ ਤਾਂ ਮੈਂ ਨਹੀਂ ਸੀ ਕਰ ਸਕਦੀ, ਇਟਸ ਵਿਦ ਦ ਸਪੋਰਟ ਆਫ ਮਾਈ ਫੈਮਿਲੀਜ਼। ਮੇਰੇ ਪੇਰੈਂਟਸ ਬੜੇ ਸਪੋਰਟਿਵ ਨੇ, ਮੇਰੇ ਇਨ-ਲॉज ਬੜੇ ਸਪੋਰਟਿਵ ਨੇ, ਐਵਰੀਵੇਅਰ ਜਿਹੜੀ ਚੀਜ਼ ਵੀ ਮੈਂ ਕਰਦੀ ਹਾਂ ਐਵਰੀਬਡੀ ਸਪੋਰਟਸ ਮੀ। ਉਹਦੇ 'ਚ ਮੇਰੇ 3 ਸਭ ਤੋਂ ਬਿਗੇਸਟ ਸਪੋਰਟ ਸਿਸਟਮਸ ਜਿਹਨੂੰ ਮੈਂ ਕਹੂੰਗੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਿਆ ਮੇਰੇ ਮਦਰ ਹੀ ਨੇ ਜਿਨ੍ਹਾਂ ਨਾਲ ਮੈਂ ਕੰਮ ਸ਼ੁਰੂ ਕੀਤਾ। ਮੇਰੇ ਹਸਬੈਂਡ ਹੀ ਇਜ਼ ਆਲਵੇਜ਼ ਟੂਵਰਡਸ ਕਿ ਇਹਨੂੰ ਪ੍ਰਮੋਟ ਕਿਵੇਂ ਕਰਾਂ ਤੈਨੂੰ, ਰਾਦਰ ਦੈਨ ਕਹਿਣਾ ਵੀ ਨਹੀਂ ਮੈਂ ਹੀ ਕੰਮ, ਹੀ ਇਜ਼ ਆਲਵੇਜ਼ ਬਿਹਾਈਂਡ ਮੀ ਵੀ ਇਹਨੂੰ ਕਿਵੇਂ ਪ੍ਰਮੋਟ ਕਰਾਂ। ਦ ਥਰਡ ਵਨ ਵੁੱਡ ਬੀ ਮਾਈ ਮਦਰ ਇਨ ਲਾਅ, ਸ਼ੀ ਇਜ਼ ਆਲਸੋ ਵੈਰੀ ਪ੍ਰਮੋਟਿਵ। ਉਹਨਾਂ ਨੇ ਮੈਨੂੰ ਪ੍ਰਮੋਟ ਹੀ ਕਰੀ ਜਾਣਾ, ਸੁਖਮਨ ਆਹ ਕਰ, ਕੋਈ ਆਈਡੀਆ ਉਹਨਾਂ ਨੂੰ ਆਉਂਦਾ ਹੈ, ਬੜੀ ਮੇਰੀ ਮਤਲਬ ਸਾਰੇ ਕਿਤੇ ਹੈਲਪ ਕਰਾਉਂਦੇ ਨੇ। ਓਕੇ, ਤੇ ਇਹ ਤੁਸੀਂ ਇਹ ਫੀਲਡ ਕਿਉਂ ਚੁਣਿਆ ਤੇ ਕਿਵੇਂ ਚੁਣਿਆ, ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ। ਸਟਾਰਟਿੰਗ ਕਿਵੇਂ ਹੋਈ ਉਹ ਤਾਂ ਤੁਸੀਂ ਮੈਨੂੰ ਦੱਸਦਾ ਹੈ, ਤੇ ਇਸ ਫੀਲਡ 'ਚ ਕਿਵੇਂ ਆਏ ਕਿ ਜਦੋਂ ਤੁਹਾਡੀ ਸਕੂਲਿੰਗ ਹੋਈ, ਕਾਲਜ ਹੋਇਆ, ਕਿ ਤੁਹਾਡਾ ਪਹਿਲਾਂ ਹੀ ਇੱਧਰ ਖਿਆਲ ਸੀ ਜਾਂ ਪਹਿਲਾਂ ਕੁਝ ਹੋਰ ਕਰਨ ਬਾਰੇ ਸੋਚਿਆ? ਮੈਂ ਐਕਚੁਅਲੀ ਜੀ ਬੇਸਿਕਲੀ ਬਾਈ ਪ੍ਰੋਫੈਸ਼ਨ ਤਾਂ ਮੈਂ ਲਾਇਰ ਹਾਂ, ਮੈਂ ਤੁਹਾਨੂੰ ਦੱਸਿਆ ਡਨ ਮਾਈ ਲਾਅ ਫਰੋਮ ਪੰਜਾਬ ਯੂਨੀਵਰਸਿਟੀ, ਫਿਰ ਮੈਂ ਮਾਸਟਰਸ ਕੀਤੀ ਲਾਅ 'ਚ, ਸੋ 7 ਇਅਰਸ ਆਈ ਵਾਸ ਡੂਇੰਗ ਮਾਈ ਲਾਅ। ਅਤੇ ਉਹ ਕਰਨ ਤੋਂ ਬਾਅਦ ਮੈਂ ਜੁਡੀਸ਼ਰੀ ਦੀ ਵੀ ਤਿਆਰੀ ਕੀਤੀ, ਐਗਜ਼ਾਮਸ ਵੀ ਦਿੱਤੇ, ਜਿਵੇਂ ਹਰ ਪੇਰੈਂਟ ਨੂੰ ਹੁੰਦਾ ਵੀ ਕੁੜੀ ਜੁਡੀਸ਼ੀਅਲ 'ਚ ਨਿਕਲ ਜਾਏ ਜਾਂ ਲੈਕਚਰਰ। ਉਹਦੇ ਬਾਅਦ ਸੋਚਿਆ ਵੀ UGC ਵੀ ਦੇ ਲਓ, ਉਹ ਵੀ ਕੀਤਾ। ਬਟ ਕਿਤੇ ਨਾ ਕਿਤੇ ਮੇਰਾ ਹਰ ਵੇਲੇ ਇੰਟਰਸਟ ਵਾਜ਼ ਟੂ ਕ੍ਰੀਏਟ ਸਮਥਿੰਗ ਨਿਊ ਐਂਡ ਡਿਫਰੈਂਟ। ਮਤਲਬ ਹਮੇਸ਼ਾ ਮੇਰੇ ਦਿਮਾਗ 'ਚ ਪੈਟਰਨ ਚੱਲਦੇ ਰਹਿੰਦੇ ਸੀ ਵੀ ਆ ਕੁਛ ਡਿਫਰੈਂਟ ਅਤੇ ਯੂਨੀਕ ਕ੍ਰੀਏਟ ਕਰਾਂ, ਰਾਦਰ ਦੈਨ ਬੀਇੰਗ ਇੱਕ ਨੋਰਮਲ ਸੈਡੈਂਟਰੀ ਲਾਈਫ ਸਟਾਈਲ ਵੀ ਸਵੇਰੇ ਕੰਮ 'ਤੇ ਗਏ ਅਤੇ ਵਾਪਸ ਆ ਗਏ। ਮਤਲਬ ਮੈਨੂੰ ਉਹ ਚੀਜ਼ ਹੀ ਨਹੀਂ ਅਟਰੈਕਟ ਕਰਦੀ, ਮੈਨੂੰ ਉਹ ਚੀਜ਼ ਅਟਰੈਕਟ ਕਰਦੀ ਹੈ ਵੀ ਨਹੀਂ ਅੱਜ ਕੁਛ ਡਿਫਰੈਂਟ ਕਰੋ, ਪਤਾ ਨਹੀਂ ਮੈਨੂੰ ਉਹਦਾ ਮਾਈਂਡ ਸੈਟ ਹੀ ਉਵੇਂ ਹੈ। ਸੋ ਉਹ ਕਰਦੇ ਕਰਾਉਂਦੇ ਆਏ, ਲੈਂਡਡ ਅਪ ਇਨ ਦਿਸ। ਬਾਕੀ ਰੱਬ ਦੀ ਮਿਹਰ ਹੈ ਜੀ ਤੇ ਲੋਕਾਂ ਦਾ ਪਿਆਰ ਹੈ ਜਿਨ੍ਹਾਂ ਨੇ ਇੱਥੇ ਪਹੁੰਚਾਤਾ। ਬਾਕੀ ਜੱਜ ਬਣਦੇ ਲਾਇਰ ਬਣਦੇ ਇੱਧਰ ਆ ਇਹ ਵੀ ਇੱਕ ਜਰਨੀ ਹੁੰਦੀ ਹੈ, ਇੱਕ ਜਰਨੀ ਹੈ ਨੇ ਜੀ, ਕਿੱਦਾਂ ਲਿਖਿਆ ਜੀ। ਹਾਂਜੀ, ਬਾਕੀ ਸਪੋਰਟ ਮਿਲਦੀ ਗਈ, ਕਰਦੇ ਗਏ ਤੇ ਹੁੰਦਾ ਗਿਆ। ਤੇ ਫਿਰ ਤੁਹਾਨੂੰ ਹੁਣ ਕਿੰਨਾ ਟਾਈਮ ਦੇਣਾ ਪੈਂਦਾ ਹੈ ਇੱਧਰ ਬੇਟੀ ਨੂੰ? ਕੋਈ ਟਾਈਮ ਲਿਮਿਟ ਨਹੀਂ ਜੀ ਮੇਰੀ ਲਾਈਫ ਵਿੱਚ। ਜੇ ਮੈਂ ਰਾਤ ਨੂੰ ਤੁਸੀਂ 12 ਵਜੇ ਉੱਠ ਕੇ ਵੀ ਕਹੋ ਸੁਖਮਨ ਤੇਰੇ ਦਿਮਾਗ 'ਚ ਕੀ ਚੱਲਦਾ, ਆਈਡੀਆ ਚੱਲਦੇ ਆ, ਐਟ ਦ ਸੇਮ ਟਾਈਮ ਮੇਰੀ ਬੇਟੀ ਵੀ ਨਾਲ ਪਈ ਹੁੰਦੀ, ਉਹਨੂੰ ਵੀ ਸੇਮ ਟਾਈਮ 'ਤੇ ਕਦੇ ਫੀਡ ਕਰ ਰਹੀ ਹੁੰਦੀ ਹੈ, ਕਦੇ ਕੁਛ ਕਰ ਰਹੀ, ਸੇਮ ਟਾਈਮ 'ਤੇ ਬ੍ਰੇਨ ਉੱਧਰ ਚੱਲੀ ਜਾਂਦਾ ਹੈ। ਸੋ ਇਟਸ ਸਾਈਮਲਟੇਨੀਅਸ ਐਂਡ ਆਈ ਡੋਂਟ ਥਿੰਕ ਦਿਸ ਐਜ਼ ਮਾਈ ਵਰਕ। ਮੈਨੂੰ ਬੇਸਿਕਲੀ ਜਿਵੇਂ ਕਹਿ ਲਓ ਪਿਆਰ ਹੈ, ਜਿਸ ਵਿੱਚ ਰਾਤ ਨੂੰ ਵੀ ਕਹੋਗੇ 12 ਵਜੇ ਰਿਪਲਾਈ ਕਰਨ ਨੂੰ ਕਿਸੇ ਨੂੰ ਤਾਂ ਮੈਂ ਉਹ ਵੀ ਰਿਪਲਾਈ ਕਰ ਦਿੰਦੇ ਆ। ਸੋ ਦੈਟ ਇਜ਼ ਹਾਊ। ਵਿਆਹ ਤੋਂ ਪਹਿਲਾਂ ਹੀ ਇਹ ਪ੍ਰੋਫੈਸ਼ਨ ਤੁਹਾਡਾ ਸਟਾਰਟ ਹੋ ਗਿਆ ਸੀ ਜਾਂ ਬਾਅਦ ਚ ਤੁਸੀਂ ਕੀਤਾ? ਤੁਸੀਂ ਮੰਨ ਲਓ ਜੀ ਵੀ ਐਟ ਦ ਟਾਈਮ ਆਫ ਮਾਈ ਵੈਡਿੰਗ ਆਈ ਡਿਡ ਮਾਈ ਓਨ ਲਹਿੰਗਾ, ਮੇਰੀ ਇੰਗੇਜਮੈਂਟ ਦੀ ਡਰੈਸ ਮੈਂ ਖੁਦ ਕੀਤੀ। ਸੋ ਦੈਟ ਵਾਜ਼ ਦ ਟਾਈਮ ਜਦੋਂ ਮੈਂ ਬ੍ਰਾਈਡਲਸ 'ਚ ਆਈ। ਉਦੋਂ ਪਹਿਲਾਂ ਸੂਟਸ ਕਰਦੀ ਸੀ, ਬਟ ਵੈਡਿੰਗ ਤੋਂ ਮਤਲਬ ਟਾਈਮ ਹੀ ਮੈਂ ਬ੍ਰਾਈਡਲਸ 'ਚ ਆਈ। ਮੈਂ ਆਪਦਾ ਖੁਦ ਦਾ ਲਹਿੰਗਾ ਡਿਜ਼ਾਈਨ ਕੀਤਾ, ਉਹ ਮੇਰੇ ਮਦਰ ਦਾ ਸਾਰਾ ਹੈਂਡ ਪੇਂਟਡ ਸੀਗਾ। ਸੋ ਉਹਦੇ ਨਾਲ ਬੜਾ ਮੇਰਾ ਇੱਕ ਇਮੋਸ਼ਨਲ ਟੱਚ ਸੀ ਵੀ ਮੇਰੀ ਮਦਰ ਨੇ ਪੇਂਟ ਕੀਤਾ ਮੇਰਾ ਵੈਡਿੰਗ ਲਹਿੰਗਾ। ਮਤਲਬ ਕਿਤੇ ਨਾ ਕਿਤੇ ਮਾਈਂਡ 'ਚ ਤੁਹਾਡੇ ਇੱਕ ਆਰਟਿਸਟ ਤਾਂ ਸੀਗਾ ਹੈ ਨਾ ਪਹਿਲਾਂ ਹੀ, ਜਿੱਦਾਂ ਹਾਂਜੀ ਹਾਂ, ਕਿਉਂਕਿ ਕੁਛ ਤਾਂ ਹੁੰਦਾ ਹੈ ਤਾਂ ਫੇਰ ਹੀ ਅਸੀਂ ਇਸ ਪ੍ਰੋਫੈਸ਼ਨ 'ਚ ਕੁਛ ਹੈਗਾ ਜੀ। ਆਈ ਡੋਂਟ ਨੋ, ਮੈਨੂੰ ਤਾਂ ਆਪ ਨੂੰ ਨਹੀਂ ਪਤਾ, ਬਸ ਮੈਨੂੰ ਜਿਵੇਂ ਕਹਿ ਲਓ ਵੀ ਬਹੁਤ ਪਸੰਦ ਹੈ ਕੋਈ ਚੀਜ਼ ਕਰਨੀ ਡਿਫਰੈਂਟ ਐਂਡ ਕ੍ਰੀਏਟਿਵ, ਜਿਵੇਂ ਪੈਟਰਨਸ ਨਾਲ ਪਲੇ ਕਰਨਾ, ਕਲਰਸ ਨਾਲ ਪਲੇ ਕਰਨਾ, ਕਲਰ ਕੰਬੀਨੇਸ਼ਨਸ ਨਾਲ ਪਲੇ ਕਰਨਾ। ਆਈ ਥਿੰਕ ਆਈ ਲਾਈਕ ਦੈਟ। ਓਕੇ, ਉਹੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਪਸੰਦ ਹੈ ਨਾ ਕੁਛ ਨਾ ਕੁਛ ਕਰਨਾ। ਇਸ ਪ੍ਰੋਫੈਸ਼ਨ 'ਚ ਤਾਂ ਬਹੁਤ ਕੁਛ ਕਰਨ ਨੂੰ ਹੁੰਦਾ ਔਰ ਹਰ ਰੋਜ਼ ਨਵਾਂ ਕੁਛ ਨਵਾਂ ਜੀ। ਮੈਂ ਹੀ ਤੁਹਾਨੂੰ ਪੁੱਛੂੰਗੀ ਕਿ ਜਿੱਦਾਂ ਦੂਸਰਾ ਪ੍ਰੋਫੈਸ਼ਨ ਹੈ ਕੋਈ ਵੀ, ਡਾਕਟਰ ਹੈ, ਟੀਚਰ ਹੈ, ਜਿੱਦਾਂ ਕਿ ਫੋਰ ਐਗਜ਼ਾਮਪਲ ਟੀਚਰ ਹੈ, ਉਹਨੇ ਰੋਜ਼ ਸਕੂਲ ਜਾਣਾ ਹੈ ਤਾਂ ਬੱਚੇ ਪੜ੍ਹਾਉਣੇ ਆ, ਸੇਮ ਥਿੰਗ, ਉਹੀ ਬੁੱਕਸ, ਉਹੀ ਸਾਰਾ ਕੁਛ ਹੈ ਨਾ। ਹਾਂਜੀ। ਐਂਡ ਤੁਹਾਡਾ ਇਹ ਕੰਮ ਹੈ ਕਿ ਹਰ ਰੋਜ਼ ਇੱਕ ਨਵੀਂ ਚੀਜ਼, ਹਰ ਰੋਜ਼ ਨਵਾਂ ਕਲਾਇੰਟ। ਮਤਲਬ ਕਲਾਇੰਟ ਜੇ ਕੋਈ ਤੁਹਾਡਾ ਪੁਰਾਣਾ ਵੀ ਆ ਤਾਂ ਉਹਨੇ ਵੀ ਤੁਹਾਡੇ ਨਾਲ ਮਤਲਬ ਨਵੀਂ ਚੀਜ਼ ਉਹਨੂੰ ਚਾਹੀਦੀ ਹੁੰਦੀ। ਫਿਰ ਇਹ ਸਭ ਕੁਛ ਕਿੱਦਾਂ ਹੈਂਡਲ ਕਰਦੇ ਤੁਸੀਂ? ਬਸ ਉਹੀ ਤੁਹਾਨੂੰ ਦੱਸੀ ਜਾਂਦੇ ਜੀ, ਪਿਆਰ ਹੈ ਤਾਂ ਹੋ ਜਾਂਦਾ ਵੀ ਕੰਮ ਨਾਲ ਪਿਆਰ ਹੈ। ਜੇ ਧੱਕੇ ਨਾਲ ਕਰਨਾ ਪਵੇ ਫਿਰ ਨਹੀਂ ਹੁੰਦਾ। ਇਟਸ ਜਸਟ ਦੈਟ ਆਈ ਲਵ ਟੂ ਕ੍ਰੀਏਟ। ਉਹਨਾਂ ਨੂੰ ਮੇਰੀ ਚੋਇਸ ਪਸੰਦ ਆ ਜਾਂਦੀ ਹੈ
ਬਸ ਆਈ ਚੱਲੀ ਜਾਂਦਾ, ਬਾਕੀ ਰਲ ਮਿਲ ਕੇ ਬਾਕੀ ਰਿਸ਼ਤੇ ਬਣੀ ਜਾਂਦੇ ਲੋਕਾਂ ਨਾਲ, ਹਰ ਦਿਨ ਨਵਿਆਂ ਨੂੰ ਮਿਲੀਦਾ। ਹਾਂਜੀ ਹਾਂਜੀ ਹਾਂਜੀ। ਤੇ ਇਹ ਜਿਹੜਾ ਪ੍ਰੋਫੈਸ਼ਨ ਹੈ ਇਸ ਕਰਕੇ ਤੁਹਾਨੂੰ ਅਲੱਗ ਕਰਦਾ ਹੈ। ਤੇ ਬਾਕੀ ਮੈਂ ਪੁੱਛੂੰਗੀ ਕਿ ਜਿੱਦਾਂ ਹੁਣ ਬਹੁਤ ਸਾਰੇ ਹੋਰ ਵੀ ਬੁਟੀਕਸ ਹੈਗੇ ਆ ਜਾਂ ਸਭ ਕੁਝ, ਮਤਲਬ ਕਿੰਨਾ ਜ਼ਿਆਦਾ ਆ ਰਹੇ ਇਸ ਫੀਲਡ ਦੇ ਵਿੱਚ, ਵੈਲ ਸੈਟਲਡ ਵੀ ਹੈਗੇ ਆ ਕਈ ਜਿਨ੍ਹਾਂ ਨੇ ਬੜਾ ਵਧੀਆ ਗਰੋ ਕੀਤਾ ਇਸ ਚੀਜ਼ ਨੂੰ, ਤੁਹਾਡਾ ਵੀ ਇੱਕ ਨਾਮ ਹੈ। ਤੁਸੀਂ ਆਪਣੇ ਆਪ ਨੂੰ ਕਿਵੇਂ ਅਲੱਗ ਮੰਨਦੇ ਹੋ ਉਹਨਾਂ ਤੋਂ? ਤੁਹਾਡਾ ਕੰਮ ਕਿਵੇਂ ਡਿਫਰੈਂਟ ਹੁੰਦਾ ਉਹਨਾਂ ਤੋਂ? ਮੇਰੀ ਇੱਕ ਚੀਜ਼ ਹੀ ਮੈਂ ਕਹੂੰਗੀ ਜੀ, ਅਲੱਗ ਜਿਹੜੀ ਮੈਂ ਕਹਿ ਸਕਦੀ ਹਾਂ ਕਿ ਆਈ ਡੋਂਟ ਟਰਾਈ ਟੂ ਕਾਪੀ ਪੀਪਲ। ਲੋਕੀ ਅੱਜ ਕੱਲ੍ਹ ਕੀ ਇੰਸਟਾਗ੍ਰਾਮ ਦਾ ਜ਼ਮਾਨਾ, ਕਿਸੇ ਨੂੰ ਦੇਖ ਕੇ ਕਿਸੇ ਨੂੰ ਕਾਪੀ, ਇੰਸਪਾਇਰ ਜ਼ਰੂਰ ਹੁੰਦੇ ਆ, ਲਾਈਕ ਈਵਨ ਆਈ ਗੈਟ ਇੰਸਪਾਇਰਡ ਫਰੋਮ ਪੀਪਲ। ਇੱਕ ਮੈਂ ਕੋਸ਼ਿਸ਼ ਉਹੀ ਗੱਲ ਵੀ ਡਿਫਰੈਂਟ ਪੈਟਰਨ ਦੇ ਦਾਂ, ਕਿਸੇ ਨੂੰ ਡਿਫਰੈਂਟ ਕਲਰ ਦੇ ਦਾਂ, ਐਂਡ ਆਈ ਵਾਂਟ ਟੂ ਮੇਕ ਵੂਮਨ ਫੀਲ ਐਮਪਾਵਰਡ ਇਨ ਦੇਅਰ ਓਨ ਬੋਡੀ। ਕੋਈ ਜ਼ਰੂਰੀ ਨਹੀਂ ਵੀ ਜੇ ਤੁਸੀਂ ਮੋਟੇ ਹੋ ਵੀ ਤੁਸੀਂ ਉਹ ਸਲਿਮ ਫਿਟ ਪਤਲੇ ਚਾਕਾਂ ਵਾਲੇ ਸੂਟ ਹੀ ਪਾ ਸਕਦੇ ਹੋ। ਯੂ ਹੈਵ ਟੂ ਬੀ ਬੋਡੀ ਪੋਜ਼ਿਟਿਵ। ਜਿਹੜੇ ਜਿਸ ਤਰ੍ਹਾਂ ਦੀ ਬੋਡੀ ਹੈ, ਆਈ ਗਿਵ them that material। ਜੇ ਮੈਂ ਫਲੋਈ ਦੇਣਾ ਹੈ ਤਾਂ ਉਹਨਾਂ ਨੂੰ ਫਲੋਈ ਦੇਣਾ ਹੈ। ਆਈ try to give them what they would love and feel comfortable, and I always give comfortable clothing। ਮੈਂ ਕਦੇ clothing like ਅਨਕੰਫਰਟ ਜਾਂ ਡਿਸਕੰਫਰਟ ਨਹੀਂ ਕਰਦੀ ਕਿ ਲੋਕੀ ਅਨਕੰਫਰਟੇਬਲ ਫੀਲ ਕਰਨ। ਈਵਨ ਵਿਦ ਬ੍ਰਾਈਡਲ ਲਹਿੰਗਾਸ ਇੰਨੇ ਵੇਟ ਹੁੰਦੇ ਸੀ ਪਹਿਲਾਂ ਲਹਿੰਗਿਆਂ 'ਚ, ਮੇਰੇ ਲਹਿੰਗਿਆਂ 'ਚ ਬਿਲਕੁਲ ਵੇਟ, ਮੈਂ ਕੰਮ ਹੀ ਉਹ ਕਰਾਉਂਦੀ ਹਾਂ ਵੀ ਉਹਦੇ 'ਚ ਵੇਟ ਨਾ ਲੱਗੇ। ਬ੍ਰਾਈਡ ਸ਼ੁਡ ਇੰਜੋਏ ਹਰ ਵੈਡਿੰਗ ਰਾਦਰ ਦੈਨ ਕਿ ਉਹ ਉਸ ਭਾਰ ਥੱਲੇ ਵੀ ਲਹਿੰਗਾ ਚੱਕ ਕੇ ਮੈਨੂੰ ਆਉਂਦਾ ਬੈਠਣ ਉੱਠਣਾ ਔਖਾ ਮੁਸ਼ਕਿਲ ਹੋ ਜਾਂਦਾ ਸੀਗਾ। ਸਹੀ ਮੈਨੂੰ ਆਏ ਸੀ ਵੀ ਬ੍ਰਾਈਡ ਸ਼ੁਡ ਇੰਜੋਏ। ਹਾਂ ਨਹੀਂ ਇਹ ਚੀਜ਼ਾਂ ਤਾਂ ਕਿਉਂਕਿ ਮੇਰੀ ਜਿਹੜੀ ਮੈਂ ਪ੍ਰੈਕਟੀਕਲੀ ਚੀਜ਼ ਕਰਦੀ ਹਾਂ ਨਾ ਜੀ, ਆਈ ਥਿੰਕ ਦੈਟਸ ਬੈਟਰ। ਕਿਉਂਕਿ ਜੇ ਮੈਨੂੰ ਨਹੀਂ ਕੋਈ ਚੀਜ਼ ਠੀਕ ਲੱਗਦੀ, ਕੋਈ ਕੱਪੜਾ, ਕੋਈ ਸਟਾਈਲ, ਕੋਈ, ਆਈ ਥਿੰਕ ਮੈਂ ਉਹ ਕਲਾਇੰਟ ਨੂੰ ਵੀ ਨਹੀਂ ਦੇ ਸਕਦੀ। ਹਾਂ ਆਪਣਾ ਸਮਝ ਕੇ ਕੁਝ ਤਿਆਰ ਕਰੋ ਨਾ, ਫਿਰ ਬਹੁਤ ਵਧੀਆ ਤਿਆਰ ਹੁੰਦਾ। ਬਹੁਤ, ਕਿਉਂਕਿ ਤੁਸੀਂ ਆਪ ਉੱਚੋਂ ਡਿਫੈਕਟਸ, ਮੇਰੇ ਵੈਡਿੰਗ ਲਹਿੰਗੇ 'ਚ ਜੀ ਮੈਨੂੰ ਲੱਗਦਾ ਘੱਟੋ ਘੱਟ 10 ਨਹੀਂ ਤਾਂ 15 ਡਿਫੈਕਟ ਹੋਣਗੇ। ਕਿਉਂਕਿ ਪਹਿਲਾਂ ਸੀਗਾ ਆਹ ਚੀਜ਼ ਇੱਧਰੋਂ ਗਲਤ ਹੋ ਗਈ, ਇੱਧਰੋਂ ਗਲਤ ਹੋ ਗਈ, ਇੱਧਰੋਂ ਹੋ ਗਈ, ਇੱਧਰੋਂ। ਉਹ ਹੁਣ ਹਰ ਨਵਾਂ ਲਹਿੰਗਾ ਬਣਾਉਂਦੇ ਹੁਣ ਅਸੀਂ ਕੋਸ਼ਿਸ਼ ਕਰੀਦੇ ਉਹ 'ਚੋਂ ਆਹ ਡਿਫੈਕਟ ਕੱਢਦੀ। ਐਂਡ ਪਲੱਸ ਮੈਨੂੰ ਇੱਕ ਹੋਰ ਚੀਜ਼ ਹੁੰਦੀ ਹੈ ਵੀ ਮੈਂ ਆਪਦੇ ਕਲਾਇੰਟਸ ਨੂੰ ਮੇਰਾ ਟੇਸਟ ਥੋੜ੍ਹਾ ਜਿਹਾ ਕਹਿ ਲਓ ਵੀ ਥੋੜ੍ਹਾ ਜਿਹਾ ਮੈਂ ਪੰਜਾਬੀਅਤ ਦੇ ਹੋਰ ਨੇੜੇ ਵੀ ਇੱਕ ਟੇਸਟ ਹੁੰਦਾ, ਉਹ ਲੋਕਾਂ ਨੂੰ ਸ਼ਾਇਦ ਪਸੰਦ ਆਉਂਦਾ। ਨਹੀਂ ਸੁਖਮਨ, ਜਿੱਦਾਂ ਤੁਸੀਂ ਦੱਸਿਆ ਨਾ ਕਿ ਤੁਸੀਂ ਚੰਡੀਗੜ੍ਹ ਦੇ ਜੰਪਾ ਲਓ, ਇੱਥੇ ਸਕੂਲਿੰਗ, ਇੱਥੇ ਤੁਹਾਡਾ ਕਾਲਜ, ਸਾਰਾ ਕੁਝ ਜਿੱਦਾਂ ਹੈ ਨਾ, ਬਟ ਤੁਹਾਡੀ ਆਵਾਜ਼ 'ਚ ਜਿਹੜੀ ਸੱਚੀ ਪੰਜਾਬੀਅਤ ਹੈ ਨਾ, ਮੈਨੂੰ ਬੜਾ ਮਜ਼ਾ ਆ ਰਿਹਾ ਗੱਲ ਕਰਕੇ। ਥੈਂਕ ਯੂ ਸੋ ਮਚ। ਹਿਸਾਬ ਨਾਲ ਬੜਾ ਚੰਗਾ ਲੱਗ ਰਿਹਾ ਠੰਡਾ ਨਾ ਬੇਸਿਕਲੀ ਜੀ। ਤੇ ਅਸੀਂ ਛੁੱਟੀਆਂ ਹੁੰਦੇ ਇੱਥੇ ਸੀ, ਬਟ ਛੁੱਟੀਆਂ 'ਚ ਫਿਰ ਦਾਦਕੇ ਨਾਨਕੇ ਚਲੇ ਜਾਣਾ, ਤੇ ਸੋ ਹਮੇਸ਼ਾ ਹੀ ਉਹ ਕਨੈਕਟ ਜਾ ਰਿਹਾ ਹੀ ਹੈ। ਹਾਂ ਨਹੀਂ ਵਧੀਆ ਲੱਗਦਾ ਜੇ ਅਸੀਂ ਪੰਜਾਬੀ ਹਾਂ ਤਾਂ, ਹੈ ਨਾ। ਹਾਂਜੀ। ਅੱਛਾ ਸੁਖਮਨ, ਤੁਸੀਂ ਜਿੱਦਾਂ ਜਦੋਂ ਇੱਥੇ ਹੁੰਦੇ ਹੋ, ਤੁਸੀਂ ਆਪਦੇ ਫੈਸ਼ਨ ਸਟੂਡੀਓ ਜਿਹੜਾ ਤੁਹਾਡਾ, ਇੱਥੇ ਤੁਸੀਂ ਆਪਣੀ ਚੇਅਰ 'ਤੇ ਬੈਠਦੇ ਹੋ ਤੇ ਇੱਕ ਪ੍ਰਾਊਡ ਫੀਲ ਹੁੰਦਾ ਹੈ ਕਿ ਤੁਸੀਂ ਇੱਕ ਮੁਕੰਮਲ ਕਾਮਯਾਬ ਬਿਜ਼ਨਸ ਵੂਮਨ ਕਹਿ ਸਕਦੇ ਹੈ ਨਾ ਤੁਸੀਂ ਹੋ। ਐਂਡ ਤੁਸੀਂ ਕੀ ਉਦੋਂ ਆਪਣੇ ਆਪ ਨੂੰ ਮੁਕੰਮਲ ਸਮਝਦੇ ਹੋ, ਜਾਂ ਜਦੋਂ ਤੁਸੀਂ ਆਪਣੀ ਫੈਮਿਲੀ 'ਚ ਹੁੰਦੇ ਹੋ, ਲਾਈਕ ਤੁਹਾਡੀ ਬੇਟੀ ਹੈ, ਹਸਬੈਂਡ ਹੈ, ਬਾਕੀ ਫੈਮਿਲੀ ਬੈਠੀ ਹੋਈ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਹਾਂ ਮੈਂ ਹੁਣ ਮੁਕੰਮਲ ਹਾਂ? ਜਾਂ ਫਿਰ ਦੋਨੋਂ ਫੀਲਡ ਦੇ ਵਿੱਚ ਤੁਸੀਂ ਆਪਣੇ ਕਦੋਂ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਹੈ? ਮੈਂ ਤੁਹਾਨੂੰ ਸੱਚੀ ਕਹਾਂ ਜੀ, ਮੈਂ ਹਜੇ ਤਾਂ ਆਈ ਐਮ ਨੋਟ ਦੈਟ ਕੰਟੈਂਟਡ ਪੀਪਲ। ਕਈ ਹੁੰਦੇ ਨੇ ਜੀ ਬਸ ਅਸੀਂ ਸੰਤੁਸ਼ਟ ਹੋ ਗਏ, ਮੈਂ ਕਿਤੇ ਵੀ ਨਹੀਂ ਹਾਂ। ਮੈਂ ਈਵਨ ਹਜੇ ਵੀ ਮੈਂ ਸੋਚਦੀ ਹਾਂ ਮੈਂ ਹਰ ਦਿਨ ਕੁਝ ਬੈਟਰ ਕਰ ਸਕਦੀ ਹਾਂ। ਹਜੇ ਵੀ ਮੈਂ ਸੋਚਦੀ ਹਾਂ ਮੈਂ ਹਰ ਦਿਨ ਕੁਝ ਨਵਾਂ ਕਰ ਸਕਦੀ ਹਾਂ, ਅਤੇ ਮੈਂ ਆਈ ਕੈਨ ਡੂ ਬੈਟਰ। ਈਵਨ ਮਾਈ ਫੈਮਿਲੀ ਵਾਈਜ਼ ਕਿ ਮੈਂ ਉਹਨਾਂ ਨੂੰ ਹੋਰ ਕਿਵੇਂ ਟਾਈਮ ਦੇ ਸਕਦੀ ਹਾਂ, ਕਿਵੇਂ ਉਹਨਾਂ ਲਈ ਹੋਰ ਬੈਟਰ ਕਰ ਸਕਦੀ ਹਾਂ। ਕੰਮ ਲਈ ਵੀ ਮੈਂ ਸੋਚਦੀ ਹਾਂ ਕਿਵੇਂ ਮੈਂ ਬੈਟਰ ਕਰ ਸਕਦੀ ਹਾਂ। ਅਤੇ ਜਿਹੜਾ ਮੇਰਾ ਇੱਕ ਸੁਪਨਾ ਹੈ ਜਿੱਥੇ ਮੈਂ ਪਹੁੰਚਣਾ ਵੀ, ਉਹ ਸੁਪਨਾ ਮੈਂ ਆਪਦਾ ਪੂਰਾ ਕਰ ਸਕਦੀ ਹਾਂ। ਸੋ ਹਜੇ ਸਫ਼ਰ ਬਹੁਤ ਲੰਬਾ, ਹਾਲੇ ਸਫ਼ਰ ਦੀ ਸਟਾਰਟਿੰਗ ਹੈ ਦੋਨੇ ਪਾਸੇ। ਫੈਮਿਲੀ ਵਾਲੇ ਦੀ ਵੀ ਹਜੇ ਮੈਂ ਬੀਟੀ 6 months, ਤੇ ਉਹਦੀ ਵੀ ਸ਼ੁਰੂਆਤ ਵੀ ਚੱਲੀ ਜਾਂਦਾ, ਵਿੱਚ ਇਹ ਵੀ ਚੱਲੀ ਜਾਂਦਾ। ਇਹ ਵੀ ਬੜੀ ਵਧੀਆ ਗੱਲ। ਹਾਂ ਅੱਛਾ, ਇਹ ਜਿੱਦਾਂ ਤੁਸੀਂ ਹੁਣ ਵਰਕਿੰਗ ਵੂਮਨ ਹੋ ਜਿੱਦਾਂ, ਹੈ ਨਾ, ਤਾਂ ਮੈਂ ਬੰਦੇ ਦੀ ਜੇ ਗੱਲ ਕਰਾਂ ਤਾਂ ਬੰਦਾ ਜਦੋਂ ਕੰਮ ਕਰਦਾ ਹੈ, ਉਹ ਆਪਦੇ ਆਫਿਸ ਤੋਂ ਜਾਂ ਕਿਸੇ ਵੀ ਜੌਬ ਤੋਂ ਜਦੋਂ ਘਰ ਆਉਂਦਾ ਸ਼ਾਮ ਨੂੰ, ਹੈ ਨਾ, ਤਾਂ ਇੱਕ ਔਰਤ ਉਹਦਾ ਬੜਾ ਖਿਆਲ ਰੱਖਦੀ ਹੈ, ਉਹਨੂੰ ਚਾਹ ਪਾਣੀ ਦਿੰਦੀ, ਉਹਦਾ ਹੱਥ ਫੜ ਕੇ ਕਿ ਤੁਸੀਂ ਥੱਕ ਗਏ ਹੋਣੇ ਆ, ਜਾਂ ਉਹਨੂੰ ਚੇਂਜ ਕਰਵਾਉਣਾ ਕਿ ਤੁਸੀਂ ਫਰੈਸ਼ ਹੋ ਜਾਓ। ਮਤਲਬ ਉਹਨੂੰ ਕਹਿਣਾ ਕਿ ਬਸ ਇੰਨਾ ਹੀ ਕਹਿਣਾ ਕਿ ਤੁਸੀਂ ਟਾਇਰਡ ਹੋਵੋਗੇ, ਤੁਸੀਂ ਹੁਣ ਰੈਸਟ ਕਰ ਲਓ, ਮੈਂ ਤੁਹਾਡੇ ਲਈ ਚਾਹ ਲਿਆਉਣੀ ਆ, ਜਾਂ ਹੈ ਨਾ। ਤਾਂ ਕਿ ਇੱਕ ਜਦੋਂ ਔਰਤ ਇੱਦਾਂ ਕਦੀ ਥੱਕਦੀ ਹੈ, ਜਦੋਂ ਤੁਸੀਂ ਇੱਥੇ ਕਦੀ ਤੁਹਾਨੂੰ ਬਹੁਤ ਕੰਮ ਹੁੰਦਾ ਹੈ ਨਾ,
ਬੜਾ ਕੰਮ ਹੁੰਦਾ ਹੈ ਤਾਂ ਤੁਸੀਂ ਥੱਕ ਕੇ ਜਾਂਦੇ ਹੋ, ਤਾਂ ਕਦੀ ਤੁਹਾਨੂੰ ਇਹੋ ਜਿਹਾ ਟ੍ਰੀਟਮੈਂਟ ਮਿਲਦਾ? 100% ਮੈਂ ਤੈਨੂੰ ਪਹਿਲਾਂ ਹੀ ਕਿਹਾ ਵੀ ਆਲ ਕਿਸ ਜਿਹੜੀ ਚੀਜ਼ ਮੈਂ ਤੈਨੂੰ ਕਰ ਇਹ ਮੈਂ ਜਿੱਥੇ ਵੀ ਪਹੁੰਚੀ ਆ, ਜਿਵੇਂ ਕਹਿੰਦੇ ਆ ਨਾ ਬਿਹਾਈਂਡ ਅ ਸਕਸੈਸਫੁਲ ਮੈਨ ਇਜ਼ ਅ ਵੂਮਨ, ਤੇ ਤੁਸੀਂ ਕਹਿ ਲਓ ਵੀ ਮੇਰੇ ਪਿੱਛੇ ਵੀ ਮਾਈ ਹਸਬੈਂਡਸ ਆਲਵੇਜ਼ ਵੈਰੀ ਸਪੋਰਟ, always everything for this studio setup ਤੋਂ ਲੈ ਕੇ ਹਰ ਚੀਜ਼ ਹੀ ਇਜ਼ ਆਲਵੇਜ਼ ਬਿਹਾਈਂਡ ਮਾਈ ਬੈਕ। ਮੈਂ ਸਟ੍ਰੈਸਡ ਹੁੰਦੀ ਹਾਂ, ਮੈਂ ਤਾਂ ਵੀ ਮੇਰੇ ਫਰਸਟ ਨੰਬਰ ਤੇ ਡਾਇਲ ਦਾ ਮੇਰੇ ਹਸਬੈਂਡ ਦਾ ਨੰਬਰ ਹੁੰਦਾ ਵੀ ਨਵਰਾਜ ਆ ਹੋ ਗਿਆ ਕੀ ਕਰੀਏ, ਨਵਰਾਜ ਆ ਹੋ ਗਿਆ ਕੀ ਕਰੀਏ। ਹੁਣ ਮਤਲਬ ਖੁਸ਼ੀ ਵਾਲੀ ਖਬਰ ਵੀ ਪਹਿਲਾਂ ਉਹਨਾਂ ਨਾਲ ਸ਼ੇਅਰ ਕਰਨੀ ਹੈ, ਦੈਨ ਕੋਈ ਆ ਹੁਣ ਸਟ੍ਰੈਸ ਕਿਵੇਂ ਡੀਲ ਕਰਾਂ, ਉਹ ਵੀ he's my best friend in doing that. And God you bless ji, you, ਪਰਮਾਤਮਾ thank you. ਤੁਹਾਨੂੰ ਇਦਾਂ ਹੀ ਰੱਖੇ, ਖੁਸ਼ Thank ਰਹੋ you ਹਮੇਸ਼ਾ, ਹਨ। ਫੈਸ਼ਨ ਮਤਲਬ ਕਿ ਤੁਹਾਡੇ ਹੇਅਰ, ਤੁਹਾਡਾ ਮੇਕਅਪ, ਤੁਹਾਡੇ ਸ਼ੂ, ਤੁਹਾਡੇ ਕੱਪੜੇ, ਹੈ ਨਾ। ਮੈਂ ਇਹ ਪੁੱਛੂੰਗੀ ਕਿ ਕੱਪੜਿਆਂ ਦਾ ਫੈਸ਼ਨ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ, ਕਿਉਂਕਿ ਅਸੀਂ ਜਦੋਂ ਕੁਝ ਵੀ ਕਰਦੇ ਹਾਂ, ਹੇਅਰ ਸਟਾਈਲ ਵੀ ਇੱਧਰ ਉੱਧਰ ਹੋ ਗਿਆ ਫਿਰ ਵੀ ਪ੍ਰੋਬਲਮ, ਨਾ ਜੀ ਤੁਹਾਡੇ ਸ਼ੂ ਮੈਚਿੰਗ ਨਹੀਂ ਆ ਤਾਂ ਵੀ, ਬਟ ਉਹ ਕੱਪੜਿਆਂ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈ? ਕੱਪੜਿਆਂ ਦਾ ਜੀ ਬਹੁਤ ਵੱਡਾ ਯੋਗਦਾਨ ਹੈ, ਸਪੈਸ਼ਲੀ ਜੇ ਆਪਾਂ ਬਰਾਈਡਲਸ ਜਾਂ ਟਰੂਜ਼ੋ ਕਰੀਏ ਫॉर द ਬਰਾਈਡਸ। ਉਹਨਾਂ ਨੂੰ ਆਏ ਹੁੰਦਾ ਸੀ ਹਜੇ ਲਾਈਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ, ਗਾਂਹ ਜਾਣਾ, ਤੁਹਾਨੂੰ ਸਹੁਰਿਆਂ ਨੇ ਜੱਜ ਕਰਨਾ। ਮਤਲਬ ਇੱਕ ਕੁੜੀ ਦੀ ਜ਼ਿੰਦਗੀ ਇਟਸ ਨਾਟ ਜਸਟ ਕਿ ਤੁਹਾਨੂੰ ਪੇਕਿਆਂ ਨੇ ਕਿਵੇਂ ਕਰਨਾ ਹੈ, ਤੁਹਾਨੂੰ ਸਹੁਰਿਆਂ 'ਚ ਵੀ ਹਰ ਲੋਕਾਂ ਨੇ ਡਿਨਰ 'ਤੇ ਜਾਣਾ ਹੈ, ਤੁਹਾਡੇ ਕੱਪੜੇ ਕਿਵੇਂ ਪਾਏ ਉਹਨਾਂ ਨੇ ਜੱਜ ਕਰਨਾ। ਮਤਲਬ ਉਹ ਜਿਹੜੀ ਹਜੇ ਸੁਸਾਇਟੀ 'ਚ ਆਪਾਂ ਚੀਜ਼ਾਂ ਹੈਗੀਆਂ ਨੇ ਜੱਜਿੰਗ ਵਾਲੀਆਂ, ਹਜੇ ਨਹੀਂ ਆਪਾਂ ਕਹਿ ਸਕਦੇ ਵੀ ਆਪਣੀ। ਸੋ ਆਈ ਥਿੰਕ ਕਲੋਥਸ ਪਲੇ ਅ ਬਿਗ ਰੋਲ, especially when it comes to a girl's life, they play a big role. And ਲਹਿੰਗਾ ਤਾਂ ਵੈਸੇ ਹੀ ਲੋਕਾਂ ਦੇ ਜਿਹੜੇ ਬ੍ਰਾਈਡਲ ਲਹਿੰਗੇ ਮੈਂ ਬਣਾਉਂਦੀ ਹਾਂ ਉਹ ਲੋਕਾਂ ਦੇ ਇੰਨੇ ਨੇੜੇ ਹੁੰਦੇ ਨੇ, ਦਿਲ ਦੇ ਨੇੜੇ ਹੁੰਦੇ ਵੀ ਸਾਡਾ ਸਪੈਸ਼ਲ ਡੇ, ਉਹ ਤਾਂ ਬਿਲਕੁਲ। ਔਰ ਅਸੀਂ ਵੀ ਜਦੋਂ ਕਿਸੇ ਵੀ ਮੈਰਿਜ ਤੇ ਜਾਂਦੇ ਹਾਂ, ਸਭ ਤੋਂ ਪਹਿਲਾਂ ਹੁੰਦਾ ਦੇਖਦੇ ਹਾਂ ਕੀ ਪਾਇਆ, ਕਿਹੜਾ ਕਲਰ ਪਾਇਆ, ਹੈ ਨਾ। ਬੜਾ ਹੁੰਦਾ ਹੈ, ਕ੍ਰੇਜ਼ ਹੁੰਦਾ ਹੀ ਹੈ। So that I think for girls outfits they have a special, ਜੇ ਸਪੈਸ਼ਲੀ ਜੇ ਕੋਈ ਆਪਦੇ ਫੰਕਸ਼ਨ ਦੇ ਹੋਣ, ਉਹ ਤਾਂ ਚਲੋ ਹੁੰਦੇ ਹੀ ਹੁੰਦੇ ਆ, ਪਲੱਸ ਉਹ ਵੀ ਟਰੂਜ਼ੋ ਵਾਲੇ ਸੂਟ ਵੀ ਤੁਹਾਨੂੰ ਦੱਸਿਆ ਮੈਂ, ਉਹਨਾਂ ਨਾਲ ਵੀ ਹੁੰਦੀ ਆ ਵੀ ਸਾਡਾ ਜੀ ਵਰੀ ਚੱਲੀਏ, ਜਿਵੇਂ ਆਪਾਂ ਕਨਸੈਪਟ ਵਰੀ ਦਾ ਹੁੰਦਾ ਸੀਗਾ, ਔਰ ਉਹ ਦੇਖਣ ਦਾ ਵੀ ਕਿੰਨਾ ਚਾਹ ਹੁੰਦਾ ਸੀ ਕਿ ਵਾਰੀ ਦੇਖਣੀ। ਹੁਣ ਸਗੋਂ ਇਹ ਥੋੜਾ ਘੱਟ ਦਾ ਲੱਗਦਾ ਮੈਨੂੰ। ਹੁਣ ਐਕਚੁਅਲੀ ਜੀ ਹੋ ਗਿਆ ਇੰਸਟਾਗ੍ਰਾਮ ਤੇ ਫੇਸਬੁੱਕ ਦਾ ਜ਼ਮਾਨਾ, ਤੁਸੀਂ ਇੱਕ ਵਾਰ ਫੋਟੋ ਪਾਤੀ, ਦੂਜੀ ਵਾਰ ਫਿਰ ਬੰਦੇ ਨੂੰ ਜੀ ਨਹੀਂ ਕਰਦਾ ਸੂਟ ਪਾ ਕੇ ਉਹੀ ਫੋਟੋ ਪਾਉਣ ਦਾ। ਮੈਨੂੰ ਲੱਗਦਾ ਜਿਹੜੀ ਆਪਾਂ ਸਟਾਰਟਿੰਗ 'ਚ ਪ੍ਰੋਬਲਮ ਕੀਤੀ ਹੈ ਨਾ, ਜਿਹੜੀ ਡਿਸਕਸ, ਉਹ ਥੋੜਾ ਜਿਹਾ ਵੀ ਹੈਗਾ ਉਹਦੇ 'ਚ। ਤੁਸੀਂ ਫੋਟੋ ਪਾਤੀ ਤੇ ਹੁਣ ਕੀ ਕਰੀਏ ਦੂਜੀ ਵਾਰ? ਹਾਂ, ਵਿਆਹ ਸੂਟ ਤਾਂ ਪਾ ਲਿਆ ਸੀ, ਆਹ ਤਾਂ ਸਭ ਨੇ ਵੇਖ ਲਿਆ, ਮੈਂ ਉੱਥੇ ਫੋਟੋ ਪਾਤੀ ਸੀ, ਇਹ ਤਾਂ ਦੇਖਿਆ ਹੋਇਆ। ਤਾਂ ਹੀ ਨਾ ਜੀ, ਭਾਵੇਂ ਬੰਦੇ ਚੇਂਜ ਹੋ ਜਾਣ ਪਰ ਸੋਸ਼ਲ ਮੀਡੀਆ ਤੇ ਤਾਂ ਸਾਰੇ ਹੈਗੇ। ਬਿਲਕੁਲ ਬਿਲਕੁਲ, ਚਲੋ ਥੋੜਾ ਜਿਹਾ ਹੱਲ ਤਾਂ ਮਿਲਿਆ। ਮੈਨੂੰ ਲੱਗਦਾ ਗੱਲ ਕਰਦੇ ਆਪਾਂ ਕੱਢ ਲੈਣਾ ਕਿਤੇ ਨਾ ਕਿਤੇ। ਅੱਛਾ ਸੁਖਮਨ, ਜੇ ਮੈਂ ਤੁਹਾਡੇ ਕਲਾਇੰਟਸ ਦੀ ਗੱਲ ਕਰਾਂ ਤਾਂ ਕਿੱਦਾਂ ਉਹ ਸਾਰੇ ਖਾਸ ਹੀ ਹੈ ਕਿ ਕੁਝ ਆਮ ਲੋਕ ਵੀ ਹੈਗੇ ਉਹਦੇ 'ਚ? ਹਰ ਤਰ੍ਹਾਂ ਦੇ ਲੋਕ ਨੇ ਜੀ, ਖਾਸ ਵੀ ਆਮ ਵੀ। ਮੇਰੇ ਲਈ ਤਾਂ ਉਹੀ ਖਾਸ ਹੈ ਜਿਹੜੇ ਮੇਰੇ ਕਲਾਇੰਟ ਮੈਨੂੰ ਇੰਨਾ ਪਿਆਰ ਦਿੰਦੇ ਆ। ਮੇਰੇ ਕਈ ਕਲਾਇੰਟ ਜੋ ਸਾਰਾ ਕੁਝ ਹੀ ਮੇਰੇ ਤੇ ਉਹਨਾਂ ਨੇ ਛੱਡਿਆ ਹੁੰਦਾ ਵੀ ਸੁਖਮਨ ਤੁਸੀਂ ਜੀ ਸਾਡੇ ਆਹ ਬਣਾ ਦਿਓ, ਆਹ ਬਣਾ ਦਿਓ। ਮਤਲਬ ਉਹਨਾਂ ਨੂੰ ਮੇਰੀ ਚੋਇਸ ਤੇ ਇੰਨਾ ਫੇਥ ਹੈ, ਮਤਲਬ ਦੈਟ ਮੇਕਸ ਮੀ ਪ੍ਰਾਊਡ। ਮੇਰੇ ਵਾਸਤੇ ਬਹੁਤ ਵੱਡੀ ਪ੍ਰਾਊਡ ਦੀ ਮੂਮੈਂਟ ਹੁੰਦੀ ਹੈ ਕਿ ਉਹਨਾਂ ਨੂੰ ਮੇਰੀ ਚੋਇਸ ਇੰਨੀ ਪਸੰਦ ਹੈ, ਫਰੋਮ ਅ ਸਿੰਪਲ ਸੂਟ ਟੂ ਅ ਫਾਰਮਲ ਸੂਟ। ਮੈਂ ਉਹਨਾਂ ਦਾ ਪੂਰਾ ਵਾਰਡਰੋਬ ਮੇਨਟੇਨ ਕਰਦੀ ਹਾਂ। ਪਰ ਫਿਰ ਵੀ ਮੈਂ ਪੁੱਛੂੰਗੀ, ਕਦੇ ਕੁਝ ਐਸਾ ਹੋਇਆ ਕਿ ਕੋਈ ਕਲਾਇੰਟ ਇਹੋ ਜਿਹਾ ਟੱਕਰਿਆ ਜਿਹਨੇ ਬੁਰਾ ਹਾਲ ਕਰਤਾ ਤੁਹਾਡਾ? ਤਾਂ ਮੈਂ ਉਹ ਕਿੱਸਾ ਸੁਣਨਾ ਚਾਹੂੰਗੀ ਕੋਈ। ਮੈਂ ਤੁਹਾਨੂੰ ਕਹਿ ਸਕਦੀ ਹਾਂ ਵੀ ਕਦੇ ਨਹੀਂ, ਇਹ ਹੁੰਦਾ ਹੀ ਰਹਿੰਦਾ ਸਾਡੇ ਨਾਲ, ਕਿਉਂਕਿ ਤੁਸੀਂ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ, ਤੁਸੀਂ ਖੁਸ਼ ਨਹੀਂ ਕਰ ਸਕਦੇ ਦੁਨੀਆ ਨੂੰ। ਕਈ ਵਾਰ ਕੀ ਹੁੰਦਾ ਜੀ, ਤੁਹਾਡੀ ਕਿਸੇ ਨਾਲ ਮੱਤ ਨਹੀਂ ਰਲਦੀ, ਕਈ ਵਾਰ ਪਹਿਲਾਂ ਤੁਹਾਨੂੰ ਲੱਗਦਾ ਫਿਰ ਤੁਹਾਡੀ ਗੱਲ ਕਰਕੇ ਨਹੀਂ ਰਲਦੀ, ਫਿਰ ਕਈਆਂ ਨੂੰ ਅਸੀਂ ਕੋਸ਼ਿਸ਼ ਕਰੀਦੀ ਹੈ ਸੈਟੀਸਫਾਈ ਕਰਨ ਦੀ, ਪਰ ਨਹੀਂ ਹੁੰਦੇ, ਫਿਰ ਹੁਣ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਨੂੰ। ਸਪੈਸ਼ਲ ਗੱਲਬਾਤ ਕਦੇ ਕੁਝ ਇਹੋ ਜਿਹਾ ਹੋਇਆ ਹੋਵੇ? ਕੋਈ ਸਪੈਸ਼ਲ ਗੱਲਬਾਤ ਤਾਂ ਨਹੀਂ ਸ਼ੇਅਰ ਕਰਨਾ ਚਾਹੂੰਗੀ ਜੀ, ਮਤਲਬ ਮਾੜੀ ਮੋਟੀ ਤਾਂ ਸਾਰਿਆਂ ਨਾਲ ਹੀ ਆਉਂਦੀ ਹੈ ਪ੍ਰੋਬਲਮ ਵੀ, ਆ ਜੀ ਸਾਡੀ ਇੱਥੇ ਹੋਊਗੀ ਕੋਈ, ਪਰ ਇੰਨਾ ਇਹ ਨਹੀਂ ਕਿ ਜਿਹੜਾ ਮੈਨੂੰ ਬਹੁਤ ਜਲਾ ਕੇ ਮਾਰਿਆ ਹੋਵੇ, ਆ ਚੱਕ ਏਦਾਂ ਨਹੀਂ ਹੋਇਆ। ਏਦਾਂ ਨਹੀਂ ਹੋਇਆ ਕਦੇ, ਕੋਸ਼ਿਸ਼ ਕਰੀ ਦੀ ਅਸੀਂ ਪੈਸੀਫਾਈ ਕਰ ਹੀ ਲਈਦਾ ਜੇ ਨਾ ਪਸੰਦ ਆਏ ਤਾਂ ਉਹਨਾਂ ਨੂੰ। ਨਹੀਂ ਠੀਕ ਹੈ। ਵੈਸੇ ਕਈ ਵਾਰ ਕੀ ਹੁੰਦਾ ਲੇਡੀਜ਼ ਵੈਸੇ ਹੀ, ਨਾਟ ਲੇਡੀਜ਼, ਕਿਸੇ ਦਾ ਵੀ ਮੂਡ ਆਫ ਹੁੰਦਾ, ਘਰੋਂ ਹੀ ਮੂਡ ਆਫ ਹੁੰਦਾ, ਫਿਰ ਆਪਾਂ ਸੂਟ ਪਾ ਕੇ ਦੇਖੋ ਆਪਾਂ ਵੈਸੇ ਹੀ ਇਰੀਟੇਟ ਜੇ ਹੋਏ ਹੁੰਦੇ ਆ, ਫਿਰ ਉਹ ਕਿਤੇ ਖੁਸ਼ੀ 'ਚ ਪਾ ਕੇ ਦੇਖੋ ਤੁਸੀਂ ਬੜੇ ਸੋਹਣੇ ਲੱਗਦੇ, ਫਿਰ ਸੋਹਣਾ ਵੀ ਲੱਗਦਾ। ਸੋ ਕਦੇ ਐ ਨਹੀਂ ਹੋਇਆ। ਬਾਕੀ ਮਾਸਟਰ ਜੀ ਹੋਰਾਂ ਨਾਲ ਮਾੜੀ ਮੋਟੀ ਤਾਂ ਆਉਂਦੀ ਹੀ ਰਹਿੰਦੀ ਹੈ। ਜਦੋਂ ਆਉਣ ਲੱਗੇ ਮਾਸਟਰ ਵੀ ਕਈ ਵਾਰੀ ਅੱਗੇ ਕਰ ਦੇਈਦਾ, ਤੈਨੂੰ ਮੈਂ ਕਿਹਾ ਸੀ ਐ ਨਹੀਂ ਐ ਕਰ, ਹਨਾ। ਫਿਟਿੰਗ ਦਾ ਤਾਂ ਇਹ ਤਾਂ ਚੱਲਦਾ ਹੀ ਰਹਿੰਦਾ ਜੀ, ਇਹ ਤਾਂ ਕਿਸੇ ਨੇ 2 ਇੰਚ ਗੇਨ ਕਰ ਲਏ, 2 ਕਰ ਲਏ, ਤਾਂ ਪਾਰਟ ਆਫ ਪ੍ਰੋਫੈਸ਼ਨ ਹੈ। ਤਾਂ ਅੱਛਾ, ਕਈ ਵਾਰੀ ਮੈਂ ਦੇਖਿਆ ਨਾ ਲੋਕ ਦਿੱਲੀ ਬਹੁਤ ਜਾਂਦੇ ਆ,
ਕਿ ਅਸੀਂ ਵਿਆਹ ਦਾ ਉੱਥੋਂ ਹੀ ਸ਼ਾਪਿੰਗ ਕੀਤੀ ਹੈ, ਉੱਥੋਂ ਲਹਿੰਗਾ ਬਣਾਇਆ, ਉੱਥੋਂ ਸ਼ੇਰਵਾਨੀ, ਸਾਰੇ ਪਰਿਵਾਰ ਨੇ ਦਿੱਲੀ ਜਾਂਦੇ ਆ। ਕੀ ਉਹਨਾਂ ਨੂੰ ਇੱਥੇ ਉਹ ਵੈਰਾਈਟੀ ਨਹੀਂ ਮਿਲਦੀ, ਜਾਂ ਉਹ ਇੱਕ ਸਟੇਟਸ ਉਹਨਾਂ ਦਾ ਕਿ ਅਸੀਂ ਅਸੀਂ ਦੱਸਾਂਗੇ ਕਿ ਅਸੀਂ ਦਿੱਲੀ ਗਏ ਸੀ? ਕੰਪਲੀਟਲੀ ਐਗਰੀ ਜੀ, ਇੱਥੇ ਵੈਰਾਈਟੀ ਨਹੀਂ ਮਿਲਦੀ। ਪੀਪਲ, ਮੈਂ ਜਦੋਂ ਆਪਦਾ ਵੈਡਿੰਗ ਲਹਿੰਗਾ ਬਣਵਾਇਆ ਸੀ, ਆਈ ਵਾਜ਼ ਲਾਈਕ, ਮੈਂ ਉਹ ਚੀਜ਼ਾਂ ਫੇਸ ਕੀਤੀਆਂ ਹੋਈਆਂ ਨੇ। ਮੇਰੇ ਜਿਵੇਂ ਨੋਰਮਲ ਇੱਕ ਪੰਜਾਬੀ, ਲਾਈਕ ਆਈ ਬਿਲੋਂਗ ਟੂ, ਜਿਵੇਂ ਬਠਿੰਡਾ ਕਹਿ ਲਓ, ਕੋਈ ਵੀ ਇੱਕ ਪੰਜਾਬ ਦੇ ਸੂਬੇ 'ਚੋਂ ਕੋਈ ਕੁੜੀ ਜਿਹਦਾ ਵਿਆਹ ਹੈ, ਡ੍ਰੀਮ ਸਭ ਦਾ ਹੁੰਦਾ ਸੀ ਆਪਦਾ ਲਹਿੰਗਾ ਆਪਦੇ ਵਿਆਹ 'ਤੇ ਫੇਰੀ ਟੇਲ ਵਾਂਗੂ ਲੱਗੀਏ, ਵੀ ਬੜੇ ਸੋਹਣੇ ਕੁਈਨ ਜਾਂ ਉਹਦੇ। ਪਰ ਉਹ ਜਦੋਂ ਵੈਰਾਈਟੀ ਨਹੀਂ ਮਿਲੂਗੀ ਫਿਰ ਉਹਨਾਂ ਨੂੰ ਜਾਣਾ ਪਊ। ਪਰ ਪੇਰੈਂਟਸ ਦਾ ਜ਼ੋਰ ਇਹ ਲੱਗਿਆ ਹੁੰਦਾ ਵੀ ਤੂੰ ਨੇੜਿਓ ਲੈ ਲਾ, ਸਾਡੇ ਗੇੜੇ ਬਚਣਗੇ। ਕੁੜੀਆਂ ਦਾ ਜ਼ੋਰ ਇਹ ਲੱਗਿਆ ਪਿਆ ਹੁੰਦਾ ਵੀ ਸਾਨੂੰ ਵੈਰਾਈਟੀ ਦਵਾ ਦਿਓ। ਸੋ ਕਿਤੇ ਨਾ ਕਿਤੇ ਇਹ ਗੈਪ ਰਹਿ ਜਾਂਦਾ ਹੈ। ਐਂਡ ਮੇਰਾ ਵੀ ਇੱਕ ਮੇਰਾ ਆ ਵੀ ਮਕਸਦ ਹੈ ਵੀ ਮੈਂ ਆ ਗੈਪ ਪੂਰਾ ਕਰਨਾ ਹੈ। ਹਾਂ, ਮੈਂ ਉਹੀ ਪੁੱਛਣ ਲੱਗੀ ਸੀ ਕਿ ਤੁਸੀਂ ਦੂਰ ਕਰ ਸਕਦੇ ਹੋ ਮੈਂ ਗੈਪ ਪੂਰਾ ਕਰਨਾ ਕਿ ਸਭ ਨੂੰ ਸਹੂਲੀਅਤ ਵੀ ਹੋਵੇ, ਵੀ ਨੇੜੇ ਵੀ ਹੈ, ਚੰਡੀਗੜ੍ਹ ਸੌਖਾ ਵੀ ਹੈ, ਸਾਰੇ ਰਹਿੰਦੇ ਵੀ ਲਾਈਕ ਕੈਪੀਟਲ ਹੈ। ਤਾਂ ਸੋ ਮੈਨੂੰ ਇਹ ਵੀ ਉਹਨਾਂ ਨੂੰ ਦਿੱਲੀ ਜਾਣ ਦੀ ਲੋੜ ਨਾ ਪਵੇ, ਕਿਤੇ ਨਾ ਕਿਤੇ ਉਹ ਪੂਰਾ ਇੱਥੇ ਹੀ ਹੋ ਜੇ ਤਾਂ ਆਲਵੇਜ਼ ਬੈਟਰ। ਹਾਂ, ਪਹਿਲਾਂ ਥੋੜਾ ਹੁੰਦਾ ਸੀ, ਹੁਣ ਤਾਂ ਹੋ ਵੀ ਬਹੁਤ ਜ਼ਿਆਦਾ ਗਿਆ ਨਾ, ਮਤਲਬ ਡਰੈਸ ਅਪ ਕਿਵੇਂ ਹੋਣਾ ਹੈ। ਲਾਈਕ ਮੁੰਡਾ ਕੁੜੀ ਇੱਕ ਪ੍ਰਿੰਸ ਐਂਡ ਪ੍ਰਿੰਸੈਸ ਵਾਂਗੂ ਰੈਡੀ ਹੁੰਦੇ ਆ, ਈਵਨ ਬॉयਜ਼ ਵੀ ਕਿੰਨਾ ਸੋਹਣਾ ਰੈਡੀ ਹੁੰਦੇ ਆ, ਹੈ ਨਾ। ਕਈ ਵਾਰ ਅਸੀਂ ਬਣਾਉਂਦੇ ਹਾਂ ਜੀ ਆਪਦੇ ਕਲਾਇੰਟਸ ਲਈ ਨਾ, ਗਰੂਮਸ ਲਈ, ਜਿਵੇਂ ਜਿਹੜੇ ਸਿਹਰੇ ਹੁੰਦੇ ਆ, ਸਿਹਰੇ ਦੇ ਉੱਤੇ ਕਢਾਈ, ਜਿਹੜੀ ਕਿਰਪਾਨ ਦਾ ਕਵਰ ਹੁੰਦਾ ਉੱਤੇ ਕਢਾਈ ਕਰਾਉਂਦੇ ਆ, ਪੱਲੇ ਤੇ ਕਢਾਈਆਂ ਕਰਾਉਂਦੇ ਆ ਗਰੂਮਸ ਲਈ, ਸੇਮ ਮੈਚਿੰਗ। ਹਾਂ, ਬਹੁਤ ਸੋਹਣੇ ਹੁੰਦੇ ਹੁਣ ਤਾਂ। ਮੈਨੂੰ ਇੱਕ ਗੱਲ ਯਾਦ ਆਈ ਆ ਕਿ ਮੈਂ ਨਾ ਬਰਾੜ ਸਾਹਿਬ ਨੂੰ ਕਹਿਣਾ, ਜਦੋਂ ਸਾਡੀ ਮੈਰਿਜ ਹੋਈ ਸੀ, ਉਸ ਹਿਸਾਬ ਨਾਲ ਉਸ ਵੇਲੇ ਜੋ ਸੀ ਠੀਕ ਸੀ, ਬਟ ਮੈਂ ਉਹਨਾਂ ਨੂੰ ਕਹਿਣਾ ਨਾ ਕਿ ਅਸੀਂ ਕਈ ਵਾਰੀ ਬੈਠੇ ਹੋਣਾ ਸਾਰੇ, ਤਾਂ ਮੈਂ ਉਹਨਾਂ ਨੂੰ ਬਰਾੜ ਸਾਹਿਬ ਨੂੰ ਕਹਿਣਾ, ਮੈਂ ਕਿਹਾ ਹੁਣ ਕਿੰਨੇ ਸੋਹਣੇ ਲਹਿੰਗੇ ਹੁੰਦੇ ਆ, ਸ਼ੇਰਵਾਨੀਆਂ ਕਿੰਨੀਆਂ ਸੋਹਣੀਆਂ। ਉਦੋਂ ਤਾਂ ਮੁੰਡੇ ਪੈਂਟ ਕੋਟ ਹੀ ਪਾਉਂਦੇ ਸੀਗੇ। ਹਾਂਜੀ। ਤਾਂ ਮੈਂ ਉਹਨਾਂ ਨੂੰ ਕਹਿਣਾ ਨਾ, ਜਦੋਂ ਆਪਣੀ ਸਿਲਵਰ ਜੁਬਲੀ ਹੋਈ ਨਾ, ਤਾਂ 25 ਸਾਲ ਜਦੋਂ ਹੋ ਗਏ ਆਪਣੇ, ਤਾਂ ਮੈਂ ਕਿਹਾ ਆਪਾਂ ਨਾ ਫਿਰ ਵਿਆਹ ਕਰਾਵਾਂਗੇ, ਮੈਂ ਲਹਿੰਗਾ ਪਾਉਣਾ ਹੈ, ਮੈਂ ਉਹ ਸੋਹਣਾ ਚੂੜਾ ਪਾਉਣਾ ਹੈ ਨਾ। ਲਾਈਕ ਉਹ ਨਾ 25th ਨੂੰ ਸਾਡੀ ਮੈਰਿਜ ਨੂੰ 25 ਸਾਲ ਹੋ ਜਾਣੇ ਆ। ਓਹੋ, ਸੌਰੀ, ਆਮ ਸੌਰੀ। ਓਕੇ, ਚਲੋ ਆਪਾਂ ਥੋੜਾ ਚੇਂਜ ਕਰਦੇ ਇਹਨੂੰ। ਅੱਛਾ ਸੁਖਮਨ, ਜਿੱਦਾਂ ਹੁਣ ਇੰਡੋ ਵੈਸਟਰਨ ਵੀ ਲੋਕ ਬਹੁਤ ਇੱਦਾਂ ਦੇ ਵੀ ਡਰੈਸਿਸ ਬੜੀਆਂ ਬਣਦੀਆਂ ਹੈਗੀਆਂ, ਤੁਸੀਂ ਕੀ ਉਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਬਣਾਉਂਦੇ ਹੋ, ਜਾਂ ਫਿਰ ਪੰਜਾਬੀ ਜਿਵੇਂ ਆਪਣਾ ਟਿਪੀਕਲ ਇਸ ਚੀਜ਼ ਨੂੰ ਲੈ ਕੇ ਤੇ ਉਹਨੂੰ ਆਪਣੇ ਡਰੈਸਿਸ ਦੇ ਵਿੱਚ ਤੁਸੀਂ ਸ਼ੋਅ ਕਰਦੇ ਹੋ? ਐਕਚੁਅਲੀ ਜੀ ਮੈਂ ਐਮ ਅ ਵੈਰੀ ਕਲਾਸੀਕਲ ਪਰਸਨ, ਮੈਨੂੰ ਕਲਾਸਿਕਸ ਹੀ ਪਸੰਦ ਨੇ। ਜੇ ਤੁਸੀਂ ਮੈਨੂੰ ਕਹੋ ਕੁਛ ਮਾਡਰਨ, ਆਈ ਐਮ ਨਾਟ ਅ ਮਾਡਰਨ ਪਰਸਨ ਐਟ ਆਲ। ਐਵਰੀਥਿੰਗ ਆਈ ਲਾਈਕ ਇਜ਼ ਵੈਰੀ ਕਲਾਸਿਕ। ਮੈਂ ਆਪਦੇ ਗ੍ਰੈਂਡ ਮਦਰ ਦੇ ਲਹਿੰਗੇ ਦਾ ਕਲਰ ਚੱਕ ਕੇ ਉਸ ਰੰਗ ਤੇ ਟਿਸ਼ੂ ਤੇ ਲਹਿੰਗੇ ਬਣਾਉਣੇ ਸ਼ੁਰੂ ਕੀਤੇ, ਜਿਹੜੇ ਬਹੁਤ ਹਿੱਟ ਸੀ। ਸੋ ਮੈਂ ਆਪਦੀਆਂ ਪੁਰਾਣੀਆਂ ਚੀਜ਼ਾਂ ਮੇਰੀ ਨਾਨੀ ਦਾਦੀ ਦੀਆਂ ਕੱਢਦੀਆਂ ਟਰੰਕਾਂ ਵਿੱਚੋਂ, ਉਹਨਾਂ ਦੀ ਉਹ ਸੋ ਆਈ ਐਮ ਵੈਰੀ ਕਲਾਸੀਕਲ। ਜੇ ਹੋਵੇ, ਮੈਂ ਨਾਟ ਮਾਡਰਨ। ਜਦੋਂ ਡਿਜ਼ਾਈਨਿੰਗ 'ਚ ਆ ਜੇ ਤਾਂ ਆਈ ਐਮ ਨਾਟ ਵੈਰੀ ਮਾਡਰਨ, ਮੇਰੀ ਥਾਟ ਪ੍ਰੋਸੈਸ ਕਲਾਸੀਕਲੀ ਚੱਲਦਾ। ਸੋ ਵੈਸੇ ਮੈਨੂੰ ਲੱਗਦਾ ਕਿਤੇ ਨਾ ਇਹ ਪੁਰਾਣੇ ਜ਼ਮਾਨੇ ਵਾਲਾ ਜਿਹੜਾ ਫੈਸ਼ਨ ਸੀਗਾ ਆਪਣਾ, ਉਹੀ ਘੁੰਮ ਕੇ ਵਾਪਸ ਆਉਂਦਾ ਹੈ। ਆਪਾਂ ਪੁਰਾਣੇ ਰਾਜੇ ਰਾਣੀਆਂ ਵਾਲਾ ਦੇਖੀਏ ਨਾ, ਲਾਈਕ ਗਰਾਰੇ, ਸ਼ਰਾਰੇ, ਇਹ ਉਦੋਂ ਉਹਨਾਂ ਨੇ ਪਾਏ ਹੁੰਦੇ ਸੀ ਪੁਰਾਣੀਆਂ। ਅਗਰ ਆਪਾਂ ਫੋਟੋਆਂ ਵਗੈਰਾ ਦੇਖਦੇ ਹਾਂ ਜਾਂ ਇਤਿਹਾਸ ਫਰੋਲੋ ਤਾਂ ਉਹੀ ਚੀਜ਼ ਘੁੰਮ ਕੇ ਦੁਬਾਰਾ ਆ ਰਹੀ ਹੈ ਨਾ, ਉਹੀ ਆ ਜਾਂਦੀ ਹੈ ਜੀ। ਮਾੜਾ ਮੋਟਾ ਉਹਨੂੰ ਤੁਸੀਂ ਚੇਂਜ ਕਰੋ, ਉਹਨੂੰ ਅੱਜ ਕੱਲ੍ਹ ਦੇ ਜ਼ਮਾਨੇ ਦੇ ਹਿਸਾਬ ਨਾਲ ਕਰੋ, ਫੈਸ਼ਨ ਰਿਪੀਟਸ ਇਟਸੈਲਫ। ਸਹੀ ਗੱਲ ਹੈ। ਸੋ ਰੈਪੀਟੇਟਿਵ ਤਾਂ ਹੁੰਦਾ ਹੀ ਹੈ। ਬਿਲਕੁਲ। ਤੇ ਅੱਜ ਕੱਲ੍ਹ ਜਿੱਦਾਂ ਕੁੜੀਆਂ, ਆਪਣੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਹੈ ਹੁਣ ਡਰੈਸਿਸ ਦੇ ਵਿੱਚ, ਹੈ ਨਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਡਰੈਸਿਸ, ਜੀਨਸ, ਟੌਪਸ, ਪਤਾ ਨਹੀਂ ਕਿਆ ਹੈ ਨਾ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਕੁੜੀਆਂ ਜਿਹੜੀਆਂ ਆਪਣੀਆਂ, ਉਹ ਕੀ ਸੂਟਾਂ ਤੋਂ ਦੂਰ ਜਾ ਰਹੀਆਂ ਹੈ, ਜਾਂ ਫਿਰ ਕ੍ਰੇਜ਼ੀ ਹੋ ਰਹੀਆਂ ਸੂਟਾਂ ਲਈ? ਨਾ ਹੀ ਮੈਂ ਕਹੂੰਗੀ ਜੀ ਦੂਰ ਜਾ ਰਹੀਆਂ, ਨਾ ਹੀ ਕ੍ਰੇਜ਼ੀ। ਆਈ ਥਿੰਕ ਪੀਪਲ ਲਵ ਸੂਟ ਜਦੋਂ ਆ ਜੇ ਉਹਨਾਂ ਦਾ ਕੋਈ ਮੇਨ ਡੇ ਹੈ ਜਾਂ ਮੇਨ ਓਕੇਜਨ, ਬਟ ਕੈਜੂਅਲਸ ਥੋੜ੍ਹੇ ਜਿਹੇ ਦੂਰ ਜਾ ਰਹੇ ਆ ਲੋਕਾਂ ਤੋਂ। ਕੈਜੂਅਲਸ ਨਹੀਂ ਲੋਕੀ ਸੂਟ ਪਸੰਦ ਕਰਦੇ ਇੰਨੇ ਜ਼ਿਆਦਾ। ਆਈ ਵੁੱਡ ਸੁਜੈਸਟ ਫਾਰਮਲਸ ਤੱਕ ਹੀ ਰੱਖਣਾ ਜ਼ਿਆਦਾ ਚਾਹੁੰਦੇ ਨੇ, ਕੈਜੂਅਲਸ ਥੋੜ੍ਹਾ ਜਿਹਾ ਘੱਟ ਰਿਹਾ ਟਰੈਂਡ। ਬਿਲਕੁਲ। ਹੁਣ ਜੇ ਮੈਂ ਗੱਲ ਕਰਾਂ ਸੈਲੀਬ੍ਰਿਟੀਜ਼ ਦੀ, ਹੈ ਨਾ, ਹਾਂਜੀ, ਤੁਹਾਡੇ ਬਹੁਤ ਸਾਰੇ ਦੇਖਿਆ ਮੈਂ ਤੁਹਾਡੇ ਜਿੱਦਾਂ ਡਰੈਸਿਸ, ਸੂਟਸ ਹੈਗੀਆਂ ਹੈ, ਕਾਫੀ ਓਕੇਸ਼ਨ 'ਤੇ ਮੈਂ ਦੇਖਿਆ ਕਿ ਸੈਲੀਬ੍ਰਿਟੀ ਨੇ ਪਾਏ ਹੁੰਦੇ ਆ ਸੂਟ, ਜਿੱਦਾਂ ਹੈ ਨਾ ਆਪਣੇ ਪੋਲੀਵੁੱਡ ਜਿੰਨੀਆਂ ਵੀ ਸੈਲੀਬ੍ਰਿਟੀਜ਼ ਹੈਗੀਆਂ, ਤਾਂ ਉਹ ਕਿਹਦੇ ਨਾਲ ਤੁਸੀਂ ਕੰਮ ਕਰ ਚੁੱਕੇ, ਕਿਹਨੂੰ ਪਵਾਏ ਸੂਟ ਇੰਨੇ ਸੋਹਣੇ? ਪੰਜਾਬੀ ਇੰਡਸਟਰੀ 'ਚ ਤਾਂ ਜੀ ਆਲਮੋਸਟ ਸਾਰਿਆਂ ਨੂੰ ਹੀ ਹੁਣ, ਐਂਡ ਮੋਰ ਔਰ ਲੈਸ ਦੇ ਆਰ ਫੈਮਿਲੀ ਫॉर ਮੀ। ਮੈਨੂੰ ਤੁਸੀਂ ਆਏ ਹੈ ਵੀ ਉਹਨਾਂ ਨਾਲ ਇਟਸ ਨਾਟ
ਕਲਾਇੰਟ ਬੇਸਡ ਔਰ ਸੈਲੈਬ੍ਰਿਟੀ ਬੇਸਡ ਰਿਲੇਸ਼ਨਸ਼ਿਪ, ਮੈਨੂੰ ਭਾਵੇਂ ਰਾਤ ਨੂੰ ਕਹੋ ਭਾਵੇਂ ਸਵੇਰੇ ਕਹੋ ਜੀ ਸਾਨੂੰ ਸੂਟ ਚਾਹੀਦਾ ਹੈ, ਅਸੀਂ ਆਈ ਐਮ ਆਲਵੇਜ਼ ਰੈਡੀ ਫॉर them, ਲਾਈਕ ਕੁਛ ਡਿਜ਼ਾਈਨ ਵੀ ਕਰੋ ਡਿਫਰੈਂਟ, ਅਕੋਰਡਿੰਗਲੀ ਅਸੀਂ ਡਿਜ਼ਾਈਨ ਕਰਦੇ ਉਹਨਾਂ ਲਈ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਕੀ ਸੂਟ ਕਰੇਗਾ। ਸੋ ਸਟਾਰਟਿੰਗ ਫਰੋਮ ਨਿਮਰਤ ਖਹਿਰਾ ਟੂ ਕੌਰਬੀ ਟੂ ਤਾਨਿਆ ਟੂ if I miss out names, Mandy to ਸਾਰਿਆਂ ਨਾਲ ਹੀ ਹੁਣ ਅਸੀਂ ਕੰਮ ਆਲਮੋਸਟ ਕਰ ਚੁੱਕੇ ਹਾਂ, ਸਵਿਤਾਜ not to miss ਹਾਂ ਯੈਸ। ਤੇ ਜਦੋਂ ਸੈਲੀਬ੍ਰਿਟੀਜ਼ ਦੇ ਤੁਸੀਂ ਉਹ ਜਿੱਦਾਂ ਡਰੈਸ ਡਿਜ਼ਾਈਨ ਕਰਦੇ ਹੋ ਉਹਨਾਂ ਦੇ ਪਾਏ ਹੁੰਦੇ ਹੋ, ਤਾਂ ਕੀ ਲੋਕ ਆ ਕੇ ਚੀਜ਼ ਡਿਮਾਂਡ ਕਰਦੇ ਆ ਕਿ ਸਾਨੂੰ ਬਿਲਕੁਲ ਉਹਨਾਂ ਵਰਗਾ ਸੇਮ ਸੂਟ ਬਣਾ ਕੇ ਦਿਓ? ਪਰਫੈਕਟ ਜੀ, that is 100%। ਜਦੋਂ ਪਾਇਆ ਹੁੰਦਾ ਉਹਨਾਂ ਵਰਗੇ ਸੂਟ ਤਾਂ ਡੈਫੀਨੇਟਲੀ ਚਾਹੀਦੇ ਹੁੰਦੇ ਆ, that's their stars of the industry। ਸੋ ਉਹ ਤਾਂ ਸੇਮ ਮੰਗਦੇ ਹੀ ਹੈ ਜੀ ਲੋਕੀ ਸਾਰੇ ਹੀ। ਅੱਛਾ ਸੁਖਮਨ, ਮੈਨੂੰ ਇਹ ਵੀ ਤੁਸੀਂ ਦੱਸੋ, ਜਿੱਦਾਂ ਜਦੋਂ ਤੁਹਾਡੇ ਸੂਟ ਸੈਲੀਬ੍ਰਿਟੀਜ਼ ਪਾ ਲੈਂਦੇ ਆ ਹੈ ਨਾ, ਤਾਂ ਤੁਹਾਡੇ ਜਿਹੜੇ ਡਿਜ਼ਾਈਨ ਕੀਤੇ ਹੋਏ ਸੂਟ ਹੈ, ਤੁਹਾਡਾ ਨਾਮ ਇੱਕ ਹੋਰ ਉੱਚੇ ਲੈਵਲ ਤੇ ਪਹੁੰਚ ਜਾਂਦਾ ਹੈ, ਤੇ ਫਿਰ ਕੀ ਤੁਸੀਂ ਸਾਡੇ ਵਰਗੇ ਜਿਹੜੇ ਆਮ ਲੋਕ ਹੈ ਇਹਨਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੇ ਹੋ? ਨਹੀਂ, ਤੁਸੀਂ ਤਾਂ ਆਮ ਬਿਲਕੁਲ ਹੀ ਨਹੀਂ ਨਹੀਂ ਜੀ, ਮੈਂ ਆਈ ਐਮ ਅਪਰੋਚੇਬਲ ਟੂ ਐਵਰੀਬਡੀ। ਸਾਡਾ ਕੰਟੈਕਟ ਨੰਬਰ ਉੱਥੇ ਦਿੱਤਾ ਹੁੰਦਾ, ਮੋਸਟ ਆਫ ਦਾ ਟਾਈਮ ਫੋਨ ਮੈਂ ਹੀ ਚੱਕਦੀ ਹਾਂ ਜਾਂ ਰਿਪਲਾਈਜ਼ ਮੋਸਟ ਆਫ ਦਾ ਟਾਈਮ ਮੈਂ ਹੀ ਕਰਦੀ ਹਾਂ, ਮੇਰੇ ਅਸਿਸਟੈਂਟਸ ਘੱਟ ਕਰਦੇ ਨੇ, ਤੇ ਸੋ ਆਈ ਐਮ ਅਪਰੋਚੇਬਲ 24/7। ਬਿਲਕੁਲ। ਤੇ ਤੁਸੀਂ ਕਿੱਦਾਂ, ਮਤਲਬ ਜਦੋਂ ਤੁਹਾਡੇ ਤੱਕ ਸੈਲੀਬ੍ਰਿਟੀ ਪਹੁੰਚ ਜਾਂਦੇ ਹੋ ਤਾਂ ਤੁਸੀਂ ਮੰਨਦੇ ਹੋ ਕਿ ਤੁਸੀਂ ਹੁਣ ਖਾਸ ਹੋ ਗਏ ਹੋ, ਤੁਸੀਂ ਖਾਸ ਹੋ ਗਏ ਹੋ? ਲੋਕ ਤਾਂ ਚਲੋ ਨਹੀਂ ਆਮ ਹੋਣ ਦਿੰਦੇ, ਤੁਸੀਂ? ਬਿਲਕੁਲ ਵੀ ਨਹੀਂ, ਮੈਂ ਤਾਂ ਉਹਨਾਂ ਤੋਂ ਵੀ ਆਮ ਬੰਦਾ, ਮੇਰਾ ਤਾਂ ਕੰਮ ਹੀ ਆ ਕਰਨਾ। ਹਜੇ ਤਾਂ ਤੁਹਾਨੂੰ ਮੈਂ ਦੱਸਿਆ, ਹਜੇ ਤਾਂ ਸਫ਼ਰ ਦੇ ਵਿੱਚ ਆ। ਨਹੀਂ ਠੀਕ ਹੈ, ਚਲੋ ਮੰਨਣਾ ਚਾਹੀਦਾ ਇੱਦਾਂ, ਬਟ ਮੈਨੂੰ ਲੱਗਦਾ ਹੈ ਕਿ ਨਹੀਂ ਤੁਸੀਂ ਖਾਸ ਹੋ। ਜੇ ਅਸੀਂ ਕਹੀਏ ਹਾਂ ਤੁਸੀਂ ਖੁਦ ਨੂੰ ਨਹੀਂ ਮੰਨਦੇ ਹੋ, ਇੱਕ ਅਲੱਗ ਚੀਜ਼ ਹੈ ਤੁਹਾਡਾ, ਚੰਗੀ ਗੱਲ ਹੈ। ਮੈਨੂੰ ਤਾਂ ਸੱਚੀ ਜੀ ਰਿਅਲਾਈਜ਼ ਨਹੀਂ, ਮੈਂ ਤੁਹਾਨੂੰ ਛੋਟਾ ਜਿਹਾ ਇਨਸੀਡੈਂਟ ਸ਼ੇਅਰ ਕਰੂੰਗੀ। ਅਸੀਂ ਕੋਵਿਡ ਤੋਂ ਪਹਿਲਾਂ, ਕੋਵਿਡ ਤੇ ਟਰੈਵਲ ਹੀ ਨਹੀਂ ਕੀਤਾ, ਮੈਂ ਕੈਨੇਡਾ ਸੀਗੀ, ਇੱਕ ਬਹੁਤ ਹੀ ਛੋਟਾ ਜਿਹਾ ਉੱਥੇ ਕਸਬਾ ਸੀ, ਛੋਟਾ ਜਿਹਾ ਹੀ ਮਾਲ ਸੀ, ਤੇ ਮੈਂ ਨਾ ਇਹ ਨਾਈਟ ਸੂਟ ਜੇ ਵੀ ਸਾਡੀ ਫਲਾਈਟ ਸੀ ਅਗਲੇ ਦਿਨ, ਮਾੜੀ ਮੋਟੀ ਚੀਜ਼ਾਂ ਚੱਕਣੀਆਂ ਸੀ ਮੈਂ ਮਾਲ 'ਚ, ਤੇ ਐਵੇਂ ਰੈਂਡਮ ਸ਼ੋਪਿੰਗ, ਐਂਡ ਇੱਕ ਰੈਂਡਮ ਆਪਣੀ ਪੰਜਾਬੀ ਕੁੜੀ ਆ ਕੇ ਮੈਨੂੰ ਕਹਿ ਰਹੀ ਹੈ ਜੀ ਮੈਂ ਤੁਹਾਨੂੰ ਦੀਦੀ ਦੇਖਿਆ ਤੁਸੀਂ ਉੱਥੇ ਹੋ। ਉਹ ਚੀਜ਼ਾਂ ਬੜੀਆਂ ਤੁਹਾਨੂੰ ਲਾਈਕ ਇਟ ਫੀਲਸ ਰੀਅਲੀ ਗੁੱਡ ਕਿ ਤੁਸੀਂ ਕੁਛ ਕੰਮ ਕਰ ਰਹੇ ਹੋ, ਵੀ ਤੁਹਾਨੂੰ 7 ਸਮੁੰਦਰੋਂ ਪਾਰ ਇੱਕ ਛੋਟੇ ਜਿਹੇ ਕੈਨੇਡਾ ਦੇ ਕਸਬੇ 'ਚ ਕੋਈ ਆ ਕੇ ਤੁਹਾਨੂੰ ਕਹਿ ਰਿਹਾ ਵੀ ਅਸੀਂ ਤੁਹਾਨੂੰ ਜਾਣਦੇ ਹਾਂ ਜੀ। ਬਿਲਕੁਲ, ਬਹੁਤ ਵਧੀਆ, ਉਹ ਬਹੁਤ ਵਧੀਆ ਫੀਲਿੰਗ ਹੁੰਦੀ ਹੈ, ਬਹੁਤ ਵਧੀਆ। ਇਹ ਸਾਰਾ ਫਿਰ ਥੋੜਾ ਜਿੱਦਾਂ ਸੋਸ਼ਲ ਮੀਡੀਆ ਦਾ ਵੀ ਇਹਦੇ 'ਚ ਰੋਲ ਹੁੰਦਾ ਆ, ਜਿੱਦਾਂ ਸੈਲੀਬ੍ਰਿਟੀ ਦੇ ਜਦੋਂ ਤੁਸੀਂ ਉਹ ਪਾਉਂਦੇ ਆ ਤੁਹਾਡੇ, ਤਾਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਹੈ ਕਿ ਦ ਰੋਜ਼ ਗਰਲ ਦੇ ਕੱਪੜੇ ਪਾਏ ਹੋਏ ਆ, ਤਾਂ ਸੋਸ਼ਲ ਮੀਡੀਆ ਰਾਹੀਂ ਹੀ ਤੁਸੀਂ ਤੁਹਾਡੇ ਤੱਕ ਲੋਕ ਪਹੁੰਚ ਕਰਦੇ ਆ, ਜਾਂ ਸੋਸ਼ਲ ਮੀਡੀਆ ਦਾ ਕੀ ਰੋਲ ਹੈ ਤੁਹਾਡੇ? ਸੋਸ਼ਲ ਮੀਡੀਆ ਦਾ ਜੀ ਬਹੁਤ ਵੱਡਾ ਰੋਲ ਹੈ, ਕਿਉਂਕਿ ਤੁਹਾਡੀ ਆਰਟ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਨੇੜੇ ਤੇੜੇ ਵਾਲੇ ਜਾਣਦੇ ਆ। ਸੋਸ਼ਲ ਮੀਡੀਆ ਨੇ ਉਹ ਆਰਟ ਨੂੰ 7 ਸਮੁੰਦਰੋਂ ਪਾਰ ਕਰਤਾ। ਸੋ ਕੋਈ ਇੰਨੀ ਦੂਰ ਬੈਠਾ, ਕੈਨੇਡਾ, ਅਮਰੀਕਾ ਬੈਠਾ, ਕੋਈ UK ਬੈਠਾ, ਉਹ ਸਾਰੇ ਤੁਹਾਡੇ ਇੰਟਰਨੈਟ 'ਤੇ ਤੁਹਾਡੀ ਨਵੀਂ ਕਲੈਕਸ਼ਨ ਉਦੋਂ ਹੀ ਦੇਖ ਲੈਂਦੇ ਜਦੋਂ ਤੁਸੀਂ ਇੱਥੇ ਲਾਂਚ ਕਰਦੇ ਹੋ। ਸੋ ਉਹ ਇੱਕ ਕਿਤੇ ਨਾ ਕਿਤੇ ਵਰਲਡ ਹੈਜ਼ ਬੀਨ ਕਨੈਕਟਡ ਬਾਈ ਇਟ। ਬਹੁਤ ਛੋਟੀ ਕਰਤੀ ਹੈ ਦੁਨੀਆ ਉਹਨਾਂ ਨੇ, ਇਟ ਇਜ਼ ਵੈਰੀ ਕਨੈਕਟਡ। ਮੈਨੂੰ ਕਿਤੇ ਨਾ ਕਿਤੇ ਫੇਸਬੁੱਕ, ਇੰਸਟਾਗ੍ਰਾਮ ਨੇ ਤਰੱਕੀ ਵੀ ਬਹੁਤ ਦਿੱਤੀ ਹੈ। ਵਟਸਐਪ ਦੇ ਥਰੂ ਕੰਮ ਬਹੁਤ ਸਾਡਾ ਸੌਖਾ ਹੋ ਗਿਆ ਇਹਨਾਂ ਚੀਜ਼ਾਂ ਨਾਲ। ਤੁਸੀਂ ਫੋਟੋਆਂ ਭੇਜ ਦਿਓ, ਵੀਡੀਓ ਕਾਲਸ ਕਰ ਲਓ, ਈਜ਼ੀ ਹੋ ਗਿਆ, ਕਨੈਕਟੀਵਿਟੀ ਹੋ ਗਈ ਹੈ। ਬਟ ਦੈਨ ਐਟ ਦ ਸੇਮ ਟਾਈਮ ਇੰਨੀ ਜ਼ਿਆਦਾ ਹੇਟ ਵੀ ਹੈ ਇੰਟਰਨੈਟ 'ਤੇ, ਇੰਨੀ ਜ਼ਿਆਦਾ ਬੋਡੀ ਸ਼ੈਮਿੰਗ ਹੈ, ਮਤਲਬ ਉਹ ਚੀਜ਼ਾਂ ਵੀ ਹੈਗੀਆਂ ਨੇ। ਦੇਰ ਆਰ ਨੈਗੇਟਿਵ ਪਾਰਟਸ, ਦੇਰ ਆਰ ਪਰਕਸ ਆਫ ਇਟ, ਬਟ ਆਈ ਥਿੰਕ ਇਟ ਹੈਜ਼ ਹੈਲਪਡ ਅ ਲੋਟ। ਮੇਰੇ ਵਰਗੀਆਂ ਹੋਰ ਬੜੀਆਂ ਕੁੜੀਆਂ ਨੇ ਜਿਹੜਾ ਸੁਪਨਾ ਰੱਖਦੀਆਂ ਨੇ ਬਿਨਾਂ ਕੈਪੀਟਲ ਤੋਂ। ਜਨਰਲੀ ਕੀ ਹੁੰਦਾ, ਨਹੀਂ ਘਰ, ਜਾਂ ਮੈਂ ਨਹੀਂ ਕਹੂੰਗੀ ਘਰ ਦੇ ਨਹੀਂ ਚਾਹੁੰਦੇ ਇਨਵੈਸਟਮੈਂਟ ਕਰਨਾ, ਬਟ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਕਿੱਥੇ ਅਸੀਂ ਇੱਕੋ ਦਮ ਇੰਨੀ ਇਨਵੈਸਟਮੈਂਟ ਕਰ ਦਈਏ ਫਸਟ ਜਨਰੇਸ਼ਨ ਲਈ। ਜੇ ਤੁਹਾਡੇ ਬਿਜ਼ਨਸ ਤੁਹਾਡੀ ਫੈਮਿਲੀ 'ਚ ਹੈਗਾ, ਤੁਸੀਂ ਕੈਪਚਰ ਕਰਦੇ ਹੋ, ਉਹਦਾ ਕੋਈ ਇੰਨਾ ਉਹ ਨਹੀਂ ਹੈਗਾ, ਬਟ ਫॉर ਫਸਟ ਜਨਰੇਸ਼ਨ ਘਰਦਿਆਂ ਨੂੰ ਵੀ ਔਖਾ ਲੱਗਦਾ। ਇਹਦੇ ਇੰਟਰਨੈਟ ਦੇ ਥਰੂ ਕੀ ਹੈ, ਤੁਹਾਡੇ ਹਰ ਚੀਜ਼ ਥੋੜ੍ਹੀ ਜਿਹੀ ਈਜ਼ੀ ਹੋ ਜਾਂਦੀ ਹੈ ਜੇ ਤੁਸੀਂ ਉਹਨੂੰ ਰਾਈਟ ਵੇ ਨਾਲ ਯੂਜ਼ ਕਰੋ। ਬਾਕੀ ਸਾਈਬਰ ਕ੍ਰਾਈਮਸ, ਪੇਜ ਹੈਕਿੰਗ, ਇਹ ਤਾਂ ਸਾਰਾ ਕੁਛ ਇਹ ਵੀ ਮਤਲਬ ਐਜ਼ ਅ ਪਾਰਟ ਆਫ ਉਹ ਚੱਲਦਾ ਰਹਿੰਦਾ। ਹਾਂ, ਇਹ ਸੁਖਮਨ ਜਦੋਂ ਸ਼ੁਰੂ ਹੋਇਆ ਸੀ ਨਾ ਸਾਰਾ ਕੁਛ, ਲਾਈਕ ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਤਾਂ ਉਸ ਤੋਂ ਬਾਅਦ 'ਚ ਆਇਆ ਸਾਰਾ ਕੁਛ,
ਇਹ ਨਾ ਪਹਿਲਾਂ ਇਹ ਕੁਝ ਬਹੁਤ ਸੀ, ਉਦੋਂ ਲੋਕਾਂ ਨੂੰ ਇਸ ਚੀਜ਼ ਬਾਰੇ ਇੰਨਾ ਪਤਾ ਨਹੀਂ ਸੀ। ਉੱਥੇ ਜੋ ਵੀ ਫੇਸਬੁੱਕ ਤੇ ਆ ਗਿਆ ਜਾਂ ਸੋਸ਼ਲ ਮੀਡੀਆ ਤੇ ਆ ਗਿਆ, ਲੋਕਾਂ ਲਈ ਉਹੀ ਸੱਚ ਹੁੰਦਾ ਸੀ। ਹੁਣ ਕੀ ਹੋ ਗਿਆ, ਹੁਣ ਲੋਕਾਂ ਨੂੰ ਨਾ ਇਸ ਬਾਰੇ ਪਤਾ ਹੈ। ਮਤਲਬ ਜਿੱਦਾਂ ਲੋਕ ਨੀਚੇ ਕਈ ਵਾਰੀ ਗੰਦ ਬਕਦੇ ਆ, ਉਹਨਾਂ ਨੂੰ ਜਵਾਬ ਦੇਣ ਵਾਲੇ ਵੀ ਬਹੁਤ ਹੁੰਦੇ ਆ। ਹਾਂ, ਕਿਉਂਕਿ ਹੁਣ ਉਹ ਸਾਰੇ ਇਸ ਚੀਜ਼ ਨੂੰ ਨਾ ਜਾਣ ਗਏ ਆ। ਕੋਈ ਕਿਸੇ ਦੀ ਫੇਕ ਆਈਡੀ ਬਣਾ ਕੇ, ਫੇਕ ਵੀਡੀਓ ਬਣਾ ਕੇ ਜਿੱਦਾਂ ਪਾ ਦਿੰਦੇ ਆ, ਬਟ ਲੋਕਾਂ ਨੂੰ ਨਾ ਪਤਾ ਹੁੰਦਾ ਆ। ਹਾਂ, ਉਹ ਚੀਜ਼ ਹੁਣ ਇੰਨੇ ਮਾਇਨੇ ਨਹੀਂ ਰੱਖਦੀ। ਬੜੇ ਸਿਆਣੇ ਨੇ ਜੀ, ਬੜੇ ਸਿਆਣੇ ਨੇ, ਹੁਣ ਲੋਕਾਂ ਨੂੰ ਸਭ ਪਤਾ ਕੌਣ ਸਹੀ ਹੈ ਤੇ ਕੌਣ ਗਲਤ। ਹਾਂ, ਸਹੀ ਗੱਲ ਹੈ। ਸੁਖਮਨ, ਜਿੱਦਾਂ ਤੁਹਾਡੇ ਕੋਲ ਤੁਹਾਡਾ ਕੋਈ ਕਲਾਇੰਟ ਆਉਂਦਾ ਆ, ਤਾਂ ਤੁਸੀਂ ਉਹਨਾਂ ਨੂੰ ਕਿਵੇਂ ਸੁਜੈਸਟ ਕਰਦੇ ਹੋ? ਲਾਈਕ ਕੀ ਕਹਿੰਦੇ ਹੋ ਤੁਸੀਂ ਕਿ ਜੋ ਫੈਸ਼ਨ ਚੱਲ ਰਿਹਾ ਉਹੀ ਪਾ ਲੈਣ, ਜਾਂ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਤੁਹਾਡੇ ਆਪਣੇ ਇੱਕ ਤੁਸੀਂ ਉਹਨੂੰ ਕੈਰੀ ਕਿਵੇਂ ਕਰਨਾ ਹੈ ਇਹ ਸੁਜੈਸਟ ਕਰਦੇ ਹੋ, ਜਾਂ ਫਿਰ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਤੁਸੀਂ ਜਿਸ ਹਿਸਾਬ ਨਾਲ ਉਹਨਾਂ ਦਾ ਬਾਡੀ ਸਟਰਕਚਰ ਹੈ ਜਾਂ ਏਜ ਹੈ ਜਾਂ ਕੁਛ ਉਸ ਹਿਸਾਬ ਨਾਲ ਸੁਜੈਸਟ ਕਰਦੇ ਹੋ? ਕਿਵੇਂ ਕਰਦੇ ਹੋ? ਜਨਰਲੀ ਤਾਂ ਜੀ ਮੇਰੇ ਕੋਲ ਜਿਹੜੇ ਕਲਾਇੰਟਸ ਆਉਂਦੇ ਉਹਨਾਂ ਨੇ ਪੇਜ ਆਲਮੋਸਟ ਦੇਖਿਆ ਹੀ ਹੁੰਦਾ ਪਹਿਲਾਂ, ਉਹਨਾਂ ਨੇ ਮੇਰੇ ਕੈਟਲੌਗ ਥਰੂ ਬਰਾਊਜ਼ ਕੀਤਾ ਹੁੰਦਾ, ਇੱਥੇ ਆ ਕੇ ਵੀ ਦੇਖਦੇ ਨੇ। ਮੋਸਟ ਆਫ ਦੈਮ ਆ ਡਿਸਾਈਸਿਵ। ਅੱਜ ਕੱਲ੍ਹ ਜਿਵੇਂ ਆਪਾਂ ਕਿਹਾ, ਐਵਰੀਬਡੀ ਨੋਜ਼ ਕਿ ਮੈਨੂੰ ਆਹੀ ਪਸੰਦ ਹੈ, ਮੈਨੂੰ ਆਹੀ ਜਚੂਗਾ, ਉਹਨਾਂ ਨੇ ਆਹੀ ਲੈਣਾ, ਮਾਈਂਡ ਸੈੱਟ ਨਾਲ ਆਉਂਦੇ ਆ। ਕਈ ਮਾਈਂਡ ਸੈੱਟ ਨਾਲ ਨਹੀਂ ਆਉਂਦੇ, ਉਹਨਾਂ ਨੂੰ ਫਿਰ ਅਸੀਂ ਦੱਸ ਦਈਦਾ ਵੀ ਤੁਹਾਡੇ 'ਤੇ ਜੀ ਆਹ ਬੈਟਰ ਲੱਗਣਾ। ਵੈਸੇ ਤਾਂ ਐਵਰੀਬਡੀ ਇਜ਼ ਬਿਊਟੀਫੁਲ, ਸਭ 'ਤੇ ਹਰ ਚੀਜ਼ ਹੀ ਜੱਚਦੀ। ਮੈਂ ਤਾਂ ਕੁੜੀਆਂ ਨੂੰ ਕਹਿੰਦੀ ਹਾਂ, ਮੇਰੇ ਕੋਲ ਆ ਕੇ ਨਾ ਜੀ 3-3 ਘੰਟੇ ਅਸੀਂ ਲਹਿੰਗੇ ਦੇ ਕਲਰ ਡਿਸਾਈਡ ਕਰਦੇ ਹਾਂ। ਮੈਂ ਕਿਹਾ ਵਿਆਹ ਵਾਲੀ ਕੁੜੀ ਤਾਂ ਵੈਸੇ ਹੀ ਇੰਨੀ ਸੋਹਣੀ ਲੱਗਦੀ ਹੁੰਦੀ ਹੈ ਜੱਜ ਕੇ, ਤੇ ਉਹ ਤਾਂ ਭਾਵੇਂ ਜੋ ਮਰਜ਼ੀ ਕਲਰ ਪਾ ਲੇ, ਫੱਬਣਾ ਤਾਂ ਉਹਨੇ ਹੀ ਹੈ। ਹਾਂ, ਬਟ ਜ਼ੋਰ ਸਾਰਾ ਸਭ ਤੋਂ ਜ਼ਿਆਦਾ ਉਦੋਂ ਹੀ ਲੱਗਦਾ, ਜ਼ੋਰ ਉਦੋਂ ਲੱਗਦਾ ਹੁੰਦਾ, ਉਹ ਫੱਬਣਾ ਪਰ ਉਹਨੇ ਹੀ ਹੁੰਦਾ। ਸੋ ਇਹਦੇ 'ਚ ਤਾਂ ਕੋਈ ਹੋਈ ਨਹੀਂ। ਪਲੱਸ ਅੱਜ ਕੱਲ੍ਹ ਹੋਰ ਬੜੀਆਂ ਚੀਜ਼ਾਂ ਆ ਗਈਆਂ, ਆਪਾਂ ਜੂਲਰੀ ਨਾਲ ਆਪਦੇ ਆਊਟਫਿਟਸ ਉਹ ਕਰ ਲੈਂਦੇ ਹਾਂ, ਇਨਹੈਂਸ ਹੋਰ ਹੋ ਜਾਂਦੇ ਆ, ਮੇਕਅਪਸ ਆ ਗਏ ਆ, ਐਵਰੀਥਿੰਗ ਆਈ ਥਿੰਕ ਇਨਹੈਂਸਿਸ ਦਾ ਉਹ। ਸੋ ਇਟਸ ਅ ਕੰਪਲੀਟ ਲੁੱਕ ਜਿਹੜੀ ਮੈਟਰ ਕਰਦੀ ਹੈ। ਦੈਟਸ ਵਾਟ ਆਈ ਸੁਜੈਸਟ ਟੂ ਮਾਈ ਐਵਰੀ ਬ੍ਰਾਈਡ, ਕਿ ਉਹ ਤੁਹਾਡਾ ਦਿਨ ਇੰਜੋਏ ਕਰਨ ਵਾਲਾ। ਜੇ ਉਹਨੂੰ ਤੁਸੀਂ ਸਟ੍ਰੈਸ 'ਚ ਕੱਢੀ ਜਾਓਗੇ ਤਾਂ ਕੋਈ ਫਾਇਦਾ ਨਹੀਂ। ਹਾਂ, ਬਿਲਕੁਲ। ਪਰ ਸੂਟਾਂ ਨੂੰ ਲੈ ਕੇ ਪਤਾ ਨਹੀਂ ਇਦਾਂ ਹੀ ਹੁੰਦਾ, ਬਹੁਤ ਸਟ੍ਰੈਸ ਹੁੰਦਾ। ਹਾਂ, ਬਹੁਤ ਹੁੰਦਾ ਹੈ ਸੱਚ। ਐਂਡ ਮੈਂ ਵੈਸੇ ਕਿਉਂ ਕਰ, ਮੈਂ ਖੁਦ ਮੈਨੂੰ ਸੀਗਾ ਜਦੋਂ ਮੇਰਾ ਵਿਆਹ ਸੀ, ਮੈਂ ਆਈ ਵਾਸ ਵਨ ਆਫ ਦੈਮ। ਸੋ ਮੈਂ ਇਸ ਲਈ ਸਮਝ ਸਕਦੀ ਹਾਂ ਵੀ ਹੁੰਦਾ ਉਹਨਾਂ ਨੂੰ ਲੈ ਕੇ ਹੁੰਦਾ। ਹਾਂ, ਮੈਂ ਬੜੀ ਪੈਰਾਨੋਇਡ ਸੀਗੀ ਆਪਦੇ ਆਊਟਫਿਟਸ ਨੂੰ ਲੈ ਕੇ ਵਿਆਹ ਲਈ, ਕਿਉਂਕਿ ਪਹਿਲੀ ਵਾਰ ਬਣ ਰਹੇ ਸੀ ਮੇਰੇ ਤਾਂ, ਮੇਰੇ ਟੇਲਰਸ ਤੋਂ ਜਾਂ ਮੇਰੇ ਉਹਦੇ ਤੋਂ। ਸੋ ਮੈਂ ਬੜੀ ਉਹ ਸੀਗੀ। ਪਰ ਹੁਣ ਆਈ ਥਿੰਕ ਇਟ ਡਜ਼ਨਟ ਮੈਟਰ, ਤੁਹਾਡੀ ਲੋਕੀ ਪਰਸਨੈਲਿਟੀ ਦੇਖਦੇ ਆ, ਤੁਸੀਂ ਬਿਲਕੁਲ ਉਹ ਨਹੀਂ ਹੁੰਦਾ, ਬੜਾ ਮੈਟਰ ਕਰਦਾ। ਤੁਸੀਂ ਵੈਸੇ ਕਿਹਨੂੰ ਫੋਲੋ ਕਰਦੇ ਹੋ? ਕਿਹਦਾ ਤੁਹਾਨੂੰ ਸਟਾਈਲ ਪਸੰਦ ਹੈ? ਮੈਨੂੰ ਨਾ ਜੀ ਜਨਰਲੀ ਆਈ ਲਾਈਕ, ਜਿਵੇਂ ਤੁਸੀਂ ਕਹਿ ਲਓ, ਸਮਥਿੰਗ ਵਿਚ ਇਜ਼ ਵੈਰੀ ਇੰਗਲਿਸ਼ ਐਂਡ ਵਿਕਟੋਰੀਅਨ। ਜਿਵੇਂ ਮੇਰੇ ਸੂਟਾਂ 'ਚ ਵੀ ਦੇਖਿਆ ਹੋਊਗਾ ਨਾ, ਮੈਨੂੰ ਕੁਛ ਵੀ ਕਿਤੇ ਵੀ ਇੰਸਪੀਰੇਸ਼ਨ ਮਿਲ ਜਾਂਦੀ ਹੈ। ਕੋਈ ਜੇ ਫੋਰ ਐਗਜ਼ਾਮਪਲ ਮਾਰਨਿੰਗ ਵਾਕ 'ਤੇ ਜਾਂਦੀ ਹਾਂ, ਕੋਈ ਫਲਾਰਸ ਕਿਲੇ ਹੁੰਦੇ, ਉਹਦੇ 'ਚ ਡਬਲ ਸ਼ੇਡਡ ਫਲਾਰ ਹੈ, ਲਾਈਕ ਅ ਯੈਲੋ ਐਂਡ ਐਨ ਔਰੇਂਜ, ਉਹ ਸ਼ੇਡਿੰਗ ਦੀ ਮੈਨੂੰ ਮਿਲ ਜਾਂਦੀ ਹੈ। ਕਿਸੇ 'ਚ ਕਿਤੇ ਵੀ ਲਾਈਕ ਵਰਐਵਰ ਆਈ ਗੈਟ ਇੰਸਪੀਰੇਸ਼ਨ, ਮੈਂ ਉਹ ਤਾਂ ਤੁਸੀਂ ਮੰਨਣਾ ਜੀ, ਮੈਂ ਲਾਈਕ ਵਾਲਪੇਪਰਸ ਤੋਂ ਪੈਟਰਨ ਚੱਕੇ ਹੋਏ ਵੀ, ਵਾਲਪੇਪਰ ਦਾ ਪੈਟਰਨ ਚੱਕ ਕੇ ਸੂਟਾਂ 'ਚ ਬਣਾਤਾ ਹੈ। ਕੋਈ ਸੀਲਿੰਗ ਦਾ ਪੈਟਰਨ, ਅਸੀਂ ਪੈਰਿਸ ਗਏ ਸੀ, ਉੱਥੇ ਅਸੀਂ ਵੈਸੇ ਹੀ ਜਾ ਰਹੇ ਸੀਗੇ ਸੜਕਾਂ 'ਤੇ, ਉੱਥੇ ਉਹਨਾਂ ਦੇ ਪੈਟਰਨਸ ਇੰਨੇ ਸੋਹਣੇ ਸੀ। ਮੈਂ ਆਰਕੀਟੈਕਚਰ ਬਿਲਡਿੰਗਸ ਦਾ ਪੈਟਰਨ ਆਪਦੇ ਦੁਪੱਟੇ ਦੇ ਵਿੱਚ ਇਨਕੋਪੋਰੇਟ ਕੀਤਾ। ਸੋ ਬਿਲਡਿੰਗਸ ਤੋਂ ਚੱਕ ਲਓ, ਫਲਾਸ ਤੋਂ ਚੱਕ ਲਓ, ਕਿਤੋਂ ਵੀ ਲਾਈਕ ਜਿੱਥੇ ਵੀ ਕੋਈ ਆਈਡੀਆ ਕਲਿੱਕ ਕਰ ਗਿਆ ਉਹ। ਪਰ ਮੈਨੂੰ ਕਲਿੱਕ ਕਰਨ ਤੋਂ ਬਾਵਜੂਦ ਫਾਇਦਾ ਮੇਰਾ, ਜਾਂ ਕਹਿ ਲਓ ਰੱਬ ਦੀ ਮਿਹਰ ਇਹ ਹੈ ਵੀ ਲੋਕਾਂ ਨੂੰ ਪਸੰਦ ਆ ਜਾਂਦਾ। ਹਾਂ, ਤਾਂ ਹੀ ਕੰਮ ਚੱਲੀ ਜਾਂਦਾ। ਉਹਦੇ 'ਚ ਲੱਗਿਆ ਹੁੰਦਾ ਨਾ ਤੁਹਾਡਾ, ਤੁਸੀਂ ਮਤਲਬ ਦਿਲੋਂ ਉਹ ਚੀਜ਼ ਨੂੰ ਕਰਦੇ ਹੋ ਤਾਂ ਪੱਕਾ ਲੱਗਦਾ ਹੀ ਲੱਗਦਾ। ਸੋ ਬਸ ਕਿਤੋਂ ਨਾ ਕਿਤੋਂ ਇੰਸਪੀਰੇਸ਼ਨ ਲੈ ਲਈਦੀ ਹੈ। ਹਾਂ, ਵੈਸੇ ਤੁਹਾਨੂੰ ਕਿਹਦਾ, ਮਤਲਬ ਮੈਂ ਫਿਰ ਦੁਹਰਾ ਰਹੀ ਹਾਂ ਸਵਾਲ, ਕਿ ਜਿੱਦਾਂ ਤੁਹਾਨੂੰ ਕਿਹਦਾ ਫੈਸ਼ਨ ਵਾਲਾ ਇਹ ਸਟਾਈਲ ਪਸੰਦ ਹੈ? ਤੁਸੀਂ ਕੋਈ ਬਾਲੀਵੁੱਡ, ਹਾਲੀਵੁੱਡ ਜਾਂ ਕੋਈ ਵੀ? ਨੋਟ ਟੂ ਨੇਮ ਐਜ਼ ਸੱਚ ਬਾਲੀਵੁੱਡ, ਹਾਲੀਵੁੱਡ। ਮੈਂ ਤੁਹਾਨੂੰ ਦੱਸਿਆ ਨਾ ਜੀ, ਆਮ ਵੈਰੀ ਕਲਾਸੀਕਲ। ਜਿਵੇਂ ਮੈਨੂੰ ਕਹੋਗੇ, ਮੈਨੂੰ ਕੁਝ ਪੁਰਾਣੀ ਚੀਜ਼ ਦਿਖਾ ਦੂੰਗੀ ਨਾ ਵੀ 100 ਸਾਲ ਪੁਰਾਣੀ, ਉਦੋਂ ਆਏ ਹੁੰਦਾ ਸੀ ਮੇਰਾ। ਜਿਵੇਂ ਨਾਨੀ ਦਾਦੀ ਦੇ ਬਾਗ ਪਏ ਹੁੰਦੇ ਆ, ਮੈਂ ਉਹ ਬਾਗ ਟਰੰਕਾਂ 'ਚੋਂ ਕੱਢ ਕੇ ਮੈਂ ਉਹ ਤੋਂ ਇੰਸਪੀਰੇਸ਼ਨ ਲੈਂਦੀ ਹਾਂ। ਉਹਦੇ 'ਤੇ ਵੀ ਉਹ ਮੋਰਨੀ ਕਿਸੇ ਨੇ ਉਸ ਟਾਈਮ ਪਾਈ ਹੱਥ ਨਾਲ ਸਿਲ ਕੇ, ਉਹ ਅੱਜ ਦੇ ਉਹਦੇ 'ਚ ਆਪਾਂ ਕਿਵੇਂ ਇਨਕੋਰਪੋਰੇਟ ਕਰਕੇ ਤੇ ਮੈਂ ਕਿਵੇਂ ਉਹ ਕਰਾਂ। ਮੈਨੂੰ ਨਾ ਥੋੜਾ ਜਿਹਾ ਹੈਗਾ, ਮੈਂ ਦੱਸਿਆ ਮੈਂ ਵੀ ਕਿਸੇ ਟਾਈਮ ਤੇ ਬੁਟੀਕ ਕਰਦੀ ਸੀ, ਤਾਂ ਅਸੀਂ ਨਾ ਇੱਕ ਵਾਰੀ ਬਰਾੜ ਸਾਹਿਬ ਸੀਗੇ, ਅਸੀਂ ਪਟਿਆਲਾ ਗਏ ਸੀ ਕਿਸੇ ਕੰਮ ਵਾਸਤੇ, ਤਾਂ ਉੱਥੇ ਗੋਪਾਲ ਸਵੀਟਸ ਬੈਠ ਕੇ ਕਿ ਚਲੋ ਭੁੱਖ ਲੱਗੀ ਕੁਛ ਖਾਂਦੇ ਹਾਂ, ਉਹ ਮੈਨੂ ਲਿਆ ਕੇ ਉਹਨਾਂ ਰੱਖਿਆ, ਉਹਦੇ 'ਚ ਇੰਨੇ ਸੋਹਣੇ ਕਲਰ ਸੀ ਨਾ, ਉਹ ਤੇ ਖਾਣਾ ਲੱਭਣ ਤੇ ਮੈਂ ਕਲਰ ਦੇਖੀ ਜਾਵਾਂ, ਕਲਿੱਕ ਫੋਟੋ। ਮਤਲਬ ਸੱਚੀ ਇਦਾਂ ਹੀ ਹੁੰਦਾ ਹੈ, ਇਹ ਦਿਲੋਂ ਆਉਂਦਾ ਜੀ। ਹਾਂ, ਦਿਲੋਂ ਆਉਂਦਾ। ਤੁਸੀਂ ਕੋਈ ਨਾ ਕੋਈ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਅਟਰੈਕਟ ਕਰ ਲੈਂਦੀ ਹੈ। ਸੋ ਆਈ ਥਿੰਕ ਉਹ ਚੀਜ਼ ਨੂੰ ਤੁਸੀਂ ਇਨਕੋਰਪੋਰੇਟ ਕਰ ਲਓ, ਦੈਟ ਇਜ਼ ਫੈਸ਼ਨ। ਬਿਲਕੁਲ। ਤੇ ਹੁਣ ਤੱਕ ਦੀ ਜਰਨੀ ਕਿੱਦਾਂ ਰਹੀ? ਜਿਵੇਂ ਸਟਾਰਟਿੰਗ ਤੋਂ ਜੇ ਆਪਾਂ ਲਈਏ, ਜਦੋਂ ਦਾ ਸਟਾਰਟ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ।
ਜਰਨੀ ਤਾਂ ਜੀ ਬਹੁਤ ਵਧੀਆ ਰਹੀ, ਹਰ ਦਿਨ ਇੰਜੋਏ ਕਰੀਦਾ, ਸਟ੍ਰੈਸਿਸ ਵੀ ਹੁੰਦੇ ਨੇ ਹਰ ਦਿਨ ਦੇ, ਇੰਜੋਇਮੈਂਟ ਵੀ ਸਟ੍ਰੈਸ ਵੀ ਨਾਲ ਦੀ ਨਾਲ ਦੇ ਗੋ ਹੈਂਡ ਇਨ ਹੈਂਡ। ਕਿਤੇ ਨਾ ਕਿਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸ਼ੁਰੂਆਤ ਬੜੀ ਹੌਲੀ ਹੌਲੀ ਕੀਤੀ। ਆਈ ਐਮ ਨਾਟ ਅ ਪਰਸਨ ਹੂ ਵੁੱਡ ਜੰਪ, ਕਿਸੇ ਦਾ ਹੀ ਜੰਪ ਲਾ ਲਓ ਜੀ। ਮੈਨੂੰ ਹੁੰਦਾ ਵੀ ਇੱਕ ਇੱਕ ਪੀਸ ਕਰਕੇ ਜਿਵੇਂ ਮੈਂ ਜੋੜਿਆ। ਪਹਿਲਾਂ ਮੈਂ ਸਭ ਤੋਂ ਪਹਿਲਾਂ ਸਟੂਡੀਓ ਨਹੀਂ ਸੀ ਕੋਈ, ਜਿਵੇਂ ਤੁਹਾਨੂੰ ਦੱਸਿਆ ਦੁਪੱਟਾ ਔਨਲਾਈਨ ਪਾਇਆ। ਲੋਕਾਂ ਨੇ ਪੁੱਛਣਾ ਸੀ ਸੈਂਪਲ ਦੇਖ ਲਈ ਜੀ, ਮੈਂ ਕਿਹਾ ਜੀ ਸੈਂਪਲ ਤਾਂ ਹੋਣਾ ਨਹੀਂ, ਹੁਣ ਸੈਂਪਲ ਦਾ ਕਿੱਥੋਂ ਦਿਖਾਵਾਂ। ਫਿਰ ਦੋ ਸੈਂਪਲ ਰੱਖੇ, ਫਿਰ 3 ਸੈਂਪਲ, ਉਹ ਡਰਾਇੰਗ ਰੂਮ 'ਚ ਕਿਸੇ ਨੇ ਆਉਣਾ ਉੱਥੇ ਬਿਠਾ ਕੇ ਦਿਖਾ ਦੇਣੇ ਜੀ ਇਹ 2 ਹੈ। ਅਤੇ ਉਹ ਉਵੇਂ ਕਰਦੇ ਕਰਦੇ ਫਿਰ ਇੱਕ ਸਾਡੇ ਘਰ 'ਚ ਲਾਈਕ ਮਾਈ ਪੇਰੈਂਟਸ ਹਾਊਸ, ਉੱਥੇ ਸਾਡਾ ਇੱਕ ਸਟੋਰ ਰੂਮ ਹੁੰਦਾ ਸੀ ਫਸਟ ਫਲੋਰ 'ਤੇ ਨਾ, ਛੋਟਾ ਜਿਹਾ ਜਿਵੇਂ ਸਟੋਰ ਰੂਮ ਹੁੰਦਾ, ਉਹਨੂੰ ਕੱਢ ਕੇ ਉਹ 'ਚ ਸਮਾਨ ਉਹਨੂੰ ਪੇਂਟ ਪੂੰਟ ਕਰਾ ਕੇ ਉਹਦੇ 'ਚ ਇੱਕ ਹੈਂਗਰ ਜਿਹਾ ਟੰਗ ਲਿਆ, ਉਹਦੇ 'ਚ 7-8 ਸੂਟ ਟੰਗ ਲਏ, ਇੱਕ ਸ਼ੀਸ਼ਾ ਲਾ ਲਿਆ, ਬੈਂਡ ਨੂੰ 2 ਕੁਰਸੀਆਂ ਲਾਤੀਆਂ। ਜਦੋਂ ਕਿਸੇ ਨੇ ਆਉਣਾ ਉਹ 7-8 ਚੀਜ਼ਾਂ ਦਿਖਾ ਦੇਣੀ, ਇੱਕ ਵਿਕ ਜਾਣੀ, ਉਹਦੇ ਵਿੱਚ ਇੱਕ ਹੋਰ ਪਾ ਲੈਣੀ। ਸਟਿਚਿੰਗ ਵਾਲੇ ਨਹੀਂ ਸੀ ਹੁੰਦੇ ਮੇਰੇ ਕੋਲੇ ਮਾਸਟਰ ਜੀ, ਵਰਕਰਸ ਕਾਰੀਗਰ ਨਹੀਂ ਸੀ ਹੁੰਦੇ ਹੈਂਡ ਵਰਕ ਵਾਲੇ। ਪਹਿਲਾਂ ਇੱਕ ਬੰਦਾ ਲੱਭਿਆ, ਉਹ ਇੱਕ ਮੁੰਡਾ ਸਾਰਾ ਦਿਨ ਕੰਮ ਕਰਦਾ ਸੀ। ਇੱਕ ਮਾਸਟਰ ਜੀ ਸੀ, ਹਫਤੇ 'ਚ 1 ਸੂਟ ਅਸੀਂ ਹੌਲੀ ਹੌਲੀ ਬਣਾਈ ਜਾਂਦੇ, ਉਹੀ ਤਰਪਾਈਆਂ ਕਰੀ ਜਾਂਦੇ। ਫਿਰ ਇੱਕ ਬੰਦਾ ਹੋਰ ਲਾਇਆ, ਫਿਰ ਇੱਕ ਮਸ਼ੀਨ ਹੋਰ ਖਰੀਦੀ। ਸੋ every day has been with God's grace a progress, but at the same time with ਮਾੜੇ ਮੋਟੇ hurdles ਜਿਹੜੇ ਆਉਂਦੇ, ਕੋਈ ਵਾਰ ਕਈ ਵਕਤ ਚੰਗਾ ਨਹੀਂ ਨਿਕਲਿਆ, ਕਿਸੇ ਨੇ ਆਹ ਖਰਾਬ ਕਰ, ਉਹ ਮਾੜੀਆਂ ਮੋਟੀਆਂ ਗੱਲਾਂ ਉਹ ਚੱਲਦੀਆਂ ਰਹਿੰਦੀਆਂ, but it was all step by step। ਉਹੀ ਗੱਲ ਹੈ ਕਿ ਜਦੋਂ ਸਫਲਤਾ ਮਿਲਦੀ ਆ ਉਹਦੇ ਪਿੱਛੇ ਇੱਕ ਬਹੁਤ ਮਿਹਨਤ ਹੁੰਦੀ ਹੈ। ਸਾਨੂੰ ਹੁਣ ਤੁਹਾਡਾ ਜਿੱਦਾਂ ਸਟੂਡੀਓ ਦੇਖ ਕੇ ਲੱਗਦਾ ਵੀ ਹਾਂ ਕਿੰਨੇ ਸੋਹਣੇ ਸੂਟ ਟੰਗੇ ਆ, ਵਧੀਆ, ਕਿੰਨਾ ਸਾਰਾ ਕੁਝ ਵਧੀਆ, ਬਟ ਇੱਥੋਂ ਤੱਕ ਪਹੁੰਚਣ 'ਤੇ ਜਿਹੜੀ ਮਿਹਨਤ ਹੈ ਉਹ ਕਈਆਂ ਨੂੰ ਨਹੀਂ ਦਿਖਦੀ ਹੁੰਦੀ। ਨਹੀਂ, ਹਾਂਜੀ, ਹਾਂ, ਉਹ ਕਹਿੰਦੇ ਹੁੰਦੇ ਕਿ ਹਾਂ ਉਹਦੇ ਤਾਂ ਇੱਦਾਂ ਹੈ ਨਾ। ਪਰ ਉਹੀ ਮੈਂ ਤੁਹਾਨੂੰ ਉਹੀ ਵੀ ਦੱਸਣ ਲੱਗੀ ਸੀ, ਉਹ ਲੋਕਾਂ ਦੀ ਹਰ ਦੀ ਆਪਦੀ ਪਰਸੈਪਸ਼ਨ ਹੋ ਜਾਂਦੀ ਹੈ। ਫਿਰ ਉਹ ਆਏ ਨੇ ਉਹ ਹੁਣ। ਅਤੇ ਆਪਣਾ ਪੰਜਾਬੀ ਕਲਚਰ ਇੰਨਾ ਵਿਸ਼ਾਲ ਹੈਗਾ ਹੈ ਨਾ, ਇਹਦੇ 'ਚ ਕਿੰਨਾ ਕੁਛ ਲਾਈਕ ਦੇਖ ਲਓ ਤੇ ਸਲਵਾਰ, ਪਲਾਜ਼ੋ, ਪੈਂਟ, ਘੱਗਰੇ, ਸ਼ਰਾਰੇ, ਸਾਰਾ ਕੁਛ। ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜਾ ਈਜ਼ੀ ਲੱਗਦਾ ਹੈ ਜਾਂ ਕੀ ਲੱਗਦਾ ਹੈ ਕਿ ਸਦਾ ਬਹਾਰ ਕਿਹੜਾ ਹੈ ਜਾਂ ਕਿਹੜਾ ਕਿ ਜੋ ਹਰ ਇੱਕ ਨੂੰ? ਸਲਵਾਰ, ਮੈਂ ਆਈ ਐਮ ਸਲਵਾਰ ਪਰਸਨ, ਮੈਂ ਜ਼ਿਆਦਾ, ਮੈਨੂੰ ਸਲਵਾਰਾਂ ਬਹੁਤ ਪਸੰਦ ਨੇ। ਓਕੇ, ਮੈਂ ਪਾਉਂਦੀ ਹਾਂ ਸਲਵਾਰਾਂ, ਈਜ਼ੀ, ਕੰਫਰਟੇਬਲ ਐਂਡ ਨਾਈਸ ਟੂ ਵੇਅਰ। ਕਿਤੇ ਵੀ ਪਾ ਲਓ, ਵਿਆਹ 'ਚ ਪਾ ਲਓ, ਕਿਸੇ ਦੇ ਰਿਸੈਪਸ਼ਨ 'ਤੇ ਪਾ ਲਓ, ਕਿਸੇ ਨੋਰਮਲ ਪਾਰਟੀ 'ਤੇ ਪਾ ਲਓ। ਆਈ ਐਮ ਮੋਰ ਆਫ ਸਲਵਾਰ ਪਰਸਨ। ਐਵਰਗ੍ਰੀਨ, ਦੈਟ ਇਜ਼ ਐਵਰਗ੍ਰੀਨ। ਅਤੇ ਇਹ ਜਿਹੜਾ ਤੁਹਾਡਾ ਕੰਮ ਹੈਗਾ ਨਾ, ਇਹਨੂੰ ਟਾਈਮ ਬਹੁਤ ਦੇਣਾ ਪੈਂਦਾ ਹੈ। ਹਾਂਜੀ, ਬਹੁਤ ਜ਼ਿਆਦਾ। ਬੇਟੀ ਵੀ ਛੋਟੀ ਜਿਹੀ ਹੈ, ਅਸੀਸ ਜਿੱਦਾਂ ਹਾਲੇ 6 ਮੰਥ ਦੀ ਹੈ ਮੇਰੇ ਖਿਆਲ 'ਚ, ਹੈ ਨਾ। ਐਂਡ ਉਹ ਘਰ ਨੂੰ ਵੀ ਟਾਈਮ ਦੇਣਾ, ਬੱਚੀ ਨੂੰ ਵੀ ਟਾਈਮ ਦੇਣਾ, ਹੈ ਨਾ, ਬੇਟੀ ਨੂੰ ਵੀ ਟਾਈਮ ਦੇਣਾ, ਔਰ ਇਹ ਕੰਮ ਜਿਹੜਾ ਹੈਗਾ ਇਹ ਵੀ ਬਹੁਤ ਟਾਈਮ ਲੱਗਦਾ ਆ। ਉਹ ਫਿਰ ਕਿੱਦਾਂ ਤੁਸੀਂ ਤਾਲਮੇਲ ਕਿੱਦਾਂ ਬੈਠਦਾ? ਬਸ ਬਿਠਾਈ ਜਾਂਦੀ ਹਾਂ ਜੀ, ਕੋਸ਼ਿਸ਼ ਪੂਰੀ ਕਰੀ ਜਾਂਦੀ ਹਾਂ ਵੀ ਹਰ ਨੂੰ ਪੂਰਾ ਟਾਈਮ ਦੇਈਏ। ਕੋਸ਼ਿਸ਼ ਕਰੀਦੀ ਹੈ ਹਜੇ ਤਾਂ। ਵੈਸੇ ਤੁਸੀਂ ਮੈਨੂੰ ਦੱਸ ਹੀ ਦਿੱਤਾ ਕਿ ਹਸਬੈਂਡ ਦਾ ਬਹੁਤ ਸਾਥ ਸੀ, ਫਿਰ ਵੀ ਮੈਂ ਫਿਰ ਦੁਬਾਰਾ ਪੁੱਛੂੰਗੀ ਕਿਉਂਕਿ ਇਹ ਵਧੀਆ ਗੱਲ ਹੈ। ਤੁਹਾਡੀ ਗੱਲ ਸੁਣ ਕੇ ਤਾਂ ਹੋ ਸਕਦਾ ਕਿਸੇ ਹੋਰ ਨੂੰ ਵੀ ਅਕਲ ਆਵੇ। ਬਟ ਆਈ ਵੁੱਡ ਸੁਜੈਸਟ ਦਿਸ ਟੂ ਐਵਰੀਬਡੀ। ਬਟ ਪਤਾ ਕੀ ਜੀ, ਹਰ ਕੰਮ ਨੂੰ ਚੈਨਲਾਈਜ਼ ਕਰਨਾ ਪੈਂਦਾ ਹੈ। ਲਾਈਕ ਯੂ ਹੈਵ ਟੂ ਹੈਵ ਅ ਰੂਟੀਨ। ਆਈ ਵੇਕ ਅਪ ਐਟ 6, ਗੋ ਫॉर ਮਾਈ ਐਕਸਰਸਾਈਜ਼ ਕਰਨ ਤੋਂ ਬਾਅਦ ਤੁਸੀਂ ਸਵੇਰੇ ਜਦੋਂ ਐਕਸਰਸਾਈਜ਼ ਤੋਂ ਆਉਂਦੇ ਤੁਸੀਂ ਦੇਖ ਲਓ ਵੀ ਆਹ ਗਰੋਸਰੀਜ਼ ਨਹੀਂ ਹੈਗੀਆਂ, ਤੁਸੀਂ ਮੈਂ ਲੈ ਆਉਂਦੀ ਹਾਂ ਜਿਹੜੀਆਂ ਡੇਲੀ ਨੀਡਸ ਜਿਹੜੀਆਂ ਮੈਨੂੰ ਲੱਗਦਾ ਨਹੀਂ ਹੈਗੀਆਂ। ਦੈਨ ਫਿਰ ਤੁਸੀਂ ਬੇਟੀ ਉੱਠ ਜਾਂਦੀ ਆ, ਉਹਨੂੰ ਟਾਈਮ ਦੇ ਦਈਦਾ, ਉਹਨੂੰ ਨਵਾ ਧਵਾ ਕੇ ਤਿਆਰ ਕਰ ਦਈਦਾ। ਉਦੋਂ ਨੂੰ ਫਿਰ ਮੇਰੇ ਵਰਕਰਸ ਆ ਜਾਂਦੇ, ਫਿਰ ਉੱਤੇ ਆ ਜਾਈਦਾ। ਫਿਰ ਬਾਏ ਦ ਟਾਈਮ ਇਟਸ 9-10 ਵਜੇ ਤੱਕ ਸਾਰਾ ਵਾਈਂਡ ਅਪ ਕਰਕੇ ਫਿਰ ਉਹ ਕਰ ਦਈਦਾ। ਸੋ ਤੁਹਾਨੂੰ ਟਾਈਮ ਮੈਨੇਜਮੈਂਟ ਜ਼ਰੂਰ ਕਰਨੀ ਪੈਂਦੀ ਹੈ, ਬਟ ਹੋ ਜਾਂਦਾ। ਹਾਂ, ਜੇ ਤੁਸੀਂ ਚਾਹੋ ਦਿਲੋਂ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਬਹੁਤ ਫਿਰ ਕੰਮ ਨਹੀਂ ਨਾ ਲੱਗਦਾ, ਫਿਰ ਲੱਗਦਾ ਵੀ ਕਰਨਾ ਹੈ ਤਾਂ ਕਰਨਾ ਹੀ ਹੈ। ਕਦੀ ਕੋਈ ਕਲਾਇੰਟਸ ਇਹੋ ਜਿਹੇ ਆਉਂਦੇ ਕਿ ਥੋੜੀ ਏਜਡ ਲੇਡੀ ਹੋਵੇ, ਮੈਂ ਆਪਣੇ ਆਪ ਨੂੰ ਨਹੀਂ ਕਹੂੰਗੀ, ਤਾਂ ਉਹਨਾਂ ਨੂੰ ਕੀ ਸੁਜੈਸਟ ਕਰਦੇ ਹੋ ਕਿ ਉਹ ਤੁਹਾਡੇ ਮਤਲਬ ਬੜੀ ਤੁਸੀਂ ਉਹਨਾਂ ਨੂੰ ਸਮਝਾ ਦਿੰਦੇ ਹੋ ਕਿ ਕਿਸ ਤਰ੍ਹਾਂ ਦੇ ਸੂਟ ਪਾਉਣੇ ਜਾਂ ਉਹਨਾਂ ਦੀ ਡਿਮਾਂਡ ਕੀ ਹੁੰਦੀ ਹੈ? ਉਹਨਾਂ ਲਈ ਡਿਜ਼ਾਈਨ ਕਰਦੇ ਹੋ? ਮੇਰੀ ਕੋਸ਼ਿਸ਼ ਹੁੰਦੀ ਹੈ ਸਮਝਾਉਣ ਦੀ, ਮੈਂ ਕਰਦੀ ਹਾਂ ਡਿਜ਼ਾਈਨ, ਬਟ ਇੱਕ ਉਹ ਫੈਕਟਰ ਰਹਿ ਜਾਂਦਾ ਨਾ, ਉਹ ਮੈਨੂੰ ਆਪਦੀਆਂ ਬੇਟੀਆਂ ਵਾਂਗੂ ਟਰੀਟ ਕਰਦੇ, ਜਿਵੇਂ ਅਸੀਂ ਆਪਦੀ ਬੇਟੀ ਨੂੰ ਸਮਝਾਉਂਦੇ ਹਾਂ। ਉਹ ਮੈਨੂੰ ਪਤਾ ਹੈ। ਸੋ ਉਹਨਾਂ ਨੇ ਮੈਨੂੰ, ਬੇਟੇ ਨਹੀਂ, ਅਸੀਂ ਸਾਨੂੰ ਆਹੀ ਪਿਓਰ ਦਾ ਕੱਪੜਾ ਚਾਹੀਦਾ, ਸਾਨੂੰ ਆਹੀ ਚਾਹੀਦਾ, ਉਹ ਸਮਝਾਉਂਦੇ ਨੇ ਮੈਨੂੰ ਵੀ ਉਹਨਾਂ ਨੂੰ ਸਮਝਾਉਣਾ ਪੈਂਦਾ। ਫਿਰ ਕਿਤੇ ਨਾ ਕਿਤੇ ਅਸੀਂ ਬਿਠਾਈ ਲੈਂਦੇ ਹਾਂ ਤਾਲਮੇਲ, ਔਖੇ ਸੌਖੇ। ਹਾਂ, ਕਿਉਂਕਿ ਇੰਨੇ ਲੋਕਾਂ ਨੂੰ ਮਿਲਦੇ ਹੋ ਨਾ, ਤੁਹਾਨੂੰ ਉਹਨਾਂ ਨੂੰ ਡੀਲ ਕਰਨਾ ਆ ਜਾਂਦਾ। ਬਾਏ ਦ ਟਾਈਮ ਹੁਣ ਤਾਂ
ਆ ਗਿਆ। ਚਲੋ ਸ਼ੁਕਰ। ਸੁਖਮਨ ਹੋਰ ਕੋਈ ਤੁਸੀਂ ਕੋਈ ਗੱਲ ਕਹਿਣਾ ਚਾਹੋ ਜਾਂ ਆਪਣੀਆਂ ਜਿੱਦਾਂ ਲੇਡੀਜ਼ ਨੂੰ ਕੁਝ ਮੈਂ ਸੁਜੈਸਟ ਤਾਂ ਕਰਨਾ ਜੀ ਚਾਹੋ? ਇਹੀ ਸੁਜੈਸਟ ਕਰਨਾ ਚਾਹੂੰਗੀ ਸਭ ਨੂੰ, ਐਵਰੀਬਡੀ ਸ਼ੁੱਡ ਵਾਕ। ਤੁਸੀਂ ਜਦੋਂ ਕੰਮ ਕਰਦੇ ਹੋ ਤੁਹਾਡੀ ਇੱਕ ਐਨਰਜੀ ਹੁੰਦੀ ਹੈ ਨਾ, ਦੈਟ ਇਜ਼ ਚੈਨਲਾਈਜ਼ਡ ਇਨ ਅ ਵੈਰੀ ਨਾਈਸ ਵੇ। ਲਾਈਕ ਤੁਸੀਂ ਕੁਝ ਕ੍ਰੀਏਟ ਕਰਦੇ ਹੋ, ਤੁਸੀਂ ਪ੍ਰੋਗਰੈਸ ਕਰਦੇ ਹੋ, ਤੁਸੀਂ ਆਪਦੇ 'ਚ ਇੰਨਾ ਕੌਨਫੀਡੈਂਟ ਫੀਲ ਕਰਦੇ ਹੋ। Like I have seen myself from a shy person in becoming a very confident person. ਉਹ ਮੈਂ ਖੁਦ 'ਚ ਇੱਕ ਚੇਂਜ ਦੇਖਿਆ ਵੀ ਤੁਸੀਂ ਆਪਦੇ ਆਪ ਨੂੰ ਇੰਨਾ ਚੰਗਾ ਮਹਿਸੂਸ ਕਰਦੇ ਹੋ ਵੀ ਮੈਂ ਕੁਛ ਕਰਦੀ ਹਾਂ, ਮੈਂ ਆਪਦੇ ਘਰ ਲਈ ਕੁਛ ਕਰ ਰਹੀ ਹਾਂ। ਐਂਡ ਯੂ ਆਰ ਐਨ ਐਗਜ਼ਾਮਪਲ, ਲਾਈਕ ਆਈ ਵੁੱਡ ਵਾਂਟ ਟੂ ਬੀ ਐਨ ਐਗਜ਼ਾਮਪਲ ਫॉर ਮਾਈ ਡਾਟਰ, ਕਿ ਮੈਂ ਆਪਦੀ ਬੇਟੀ ਲਈ ਇੱਕ ਐਗਜ਼ਾਮਪਲ ਹਾਂ। ਮੈਂ ਹੋਰ ਕੁੜੀਆਂ ਲਈ ਵੀ ਐਗਜ਼ਾਮਪਲ ਬਣਨਾ ਚਾਹੂੰਗੀ। ਇੰਨਾ ਟੈਲੈਂਟ ਹੈ ਜੀ, ਇੰਨਾ ਕੁ ਟੈਲੈਂਟ ਹੈ ਪੰਜਾਬ 'ਚ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਹਰ ਘਰ 'ਚ ਕੋਈ ਨਾ ਕੋਈ, ਤੁਸੀਂ ਮੰਨਣਾ ਨਹੀਂ ਜੀ, ਇੱਕ ਕਰੋਸ਼ੀਆ ਹੁੰਦਾ, ਪਤਾ ਨਹੀਂ ਬਾਹਲੇ ਲੋਕਾਂ ਨੂੰ ਪਤਾ ਨਹੀਂ, ਉਹ ਬੁਣਦੇ ਆ ਇੱਕ ਸਿਲਾਈ ਨਾਲ ਕਰੋਸ਼ੀਏ ਦੀ ਆਰਟ। ਮੈਨੂੰ ਲੱਗਦਾ ਹੈ ਉਹ ਹਰ ਨਾਨੀ ਦਾਦੀ ਕਿਸੇ ਦੀ ਮਦਰ ਨੂੰ ਆਉਂਦਾ ਹੁੰਦਾ, ਪਰ ਆਪਾਂ ਉਹ ਆਰਟ ਹੀ ਨਹੀਂ ਸਿੱਖਦੇ ਵੀ ਕਰੋਸ਼ੀਆ ਕੀ ਕਰਨਾ ਹੈ। ਇਹਦੇ 'ਚ ਵੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਆਪਦਾ ਸ਼ੇਅਰ ਕਰਦੀ ਹਾਂ। ਮੈਂ ਸਭ ਤੋਂ ਪਹਿਲਾਂ ਜੀ ਗਰਮੀ ਦੀਆਂ ਛੁੱਟੀਆਂ ਸੀ ਕਾਲਜ ਤੋਂ, ਮੈਂ ਆਪਦੇ ਦਾਦਕੇ ਗਏ ਹੋਏ ਸੀਗੇ ਮੇਰੇ ਮਦਰ ਨਾਲ। ਉਦੋਂ ਆਪਦੀ ਮਦਰ ਤੋਂ ਸਿੱਖਿਆ ਵੀ ਮੈਨੂੰ ਤਾਂ ਸਿਖਾ ਦਿਓ ਇਹ ਆਰਟ। ਆਪਾਂ ਆਪਦੀ ਆਰਟਸ ਨੂੰ ਅੱਗੇ ਲੈ ਕੇ ਜਾਈਏ, ਜਿਹੜੀ ਤੁਸੀਂ ਸਿੱਖ ਸਕਦੇ ਹੋ ਆਪਦੇ ਘਰੋਂ। ਤੁਸੀਂ ਜੇ ਕਿਸੇ ਨੂੰ ਦਰੀਆਂ ਬੁਣਨੀਆਂ ਆਉਂਦੀਆਂ ਤੁਸੀਂ ਉਹ ਸਿੱਖੋ, ਉਹਦੇ 'ਚ ਬੜੇ ਸੋਹਣੇ ਸੋਹਣੇ ਪੈਟਰਨਸ ਬਣ ਸਕਦੇ। ਕਿਸੇ ਨੂੰ ਸਿਲਾਈਆਂ ਆਉਂਦੀਆਂ ਉਹਦੇ 'ਚ ਬੜੇ ਸੋਹਣੇ ਪੈਟਰਨ ਬਣ ਜਾਂਦੇ। ਐਂਡ ਪੀਪਲ ਆਰ ਰੈਡੀ ਟੂ ਪੇ ਫॉर ਸਮਥਿੰਗ ਜਿਹੜਾ ਤੁਸੀਂ ਬੜਾ ਵਧੀਆ ਕ੍ਰੀਏਟ ਕਰਦੇ ਹੋ ਉਹਨਾਂ ਲਈ। ਸੋ ਆਈ ਵੁੱਡ ਵਾਂਟ ਛੋਟੀ ਤੋਂ ਛੋਟੀ ਚੀਜ਼ ਤੁਸੀਂ ਸਿੱਖੋ, ਕਰਨ ਦੀ ਕੋਸ਼ਿਸ਼ ਕਰੋ। ਰਾਦਰ ਦੈਨ ਆਪਾਂ ਬੈਠੀਏ ਸੋਚੇ ਰਹੀਏ ਵੀ ਆਏ ਕਰ, ਕੁਛ ਨਾ ਕੁਛ ਕਰੋਗੇ ਤਾਂ ਰੱਬ ਆਪੇ ਹੀ ਸਾਥ ਦਿੰਦਾ ਜੀ। ਐਂਡ ਤੁਸੀਂ ਇੱਕ ਆਪਦਾ ਸੈਲਫ ਇੰਡੀਪੈਂਡੈਂਟ ਹੁੰਦੇ ਹੋ, ਤੁਸੀਂ ਕੌਨਫੀਡੈਂਟ ਹੁੰਦੇ ਹੋ, ਤੁਸੀਂ ਆਪਦੇ ਬੱਚਿਆਂ ਨੂੰ ਕੌਨਫੀਡੈਂਟ ਦੇ ਸਕਦੇ ਹੋ। ਜੋ ਮਦਰ ਦੇ ਸਕਦੀ ਹੈ ਨਾ ਜੀ ਆਪਦੇ ਬੱਚਿਆਂ ਨੂੰ ਕੌਨਫੀਡੈਂਸ, ਨੋਬਡੀ ਕੈਨ। So I think for the next generation, for future generations, mothers have to be very confident. They have to be very ਜਿਵੇਂ ਕਹਿ ਲਓ far sighted. ਉਹ ਤਾਂ ਹੀ ਹੋ ਪਾਊਗਾ ਜੇ ਤੁਸੀਂ ਵਿਚਰੋਗੇ, ਕੁਛ ਕੰਮ ਕਰੋਗੇ ਲੋਕਾਂ 'ਚ ਤੇ ਕੁਛ ਆਪਦੇ ਆਪ ਨੂੰ ਸੁਧਾਰੋਗੇ। ਘਰੇ ਤਾਂ ਫਿਰ ਚੁਗਲੀਆਂ ਐਂਡ ਉਹ ਫਿਰ ਕਰਦੇ ਰੋਲੇ। ਹਾਂ ਨਹੀਂ ਸਹੀ ਹੈ, ਕੁਛ ਨਾ ਕੁਛ। ਔਰ ਕੰਮ ਕਰਨ ਦੀ ਮੈਂ ਕਹੂੰਗੀ ਕਿ ਕੋਈ ਉਮਰ ਨਹੀਂ ਹੈ, ਕੋਈ ਬਹਾਨਾ ਨਹੀਂ ਹੈ ਕਿ ਮੇਰੀ ਹੁਣ ਉਮਰ ਨਹੀਂ ਰਹੀ ਜੀ, ਮੇਰੀ ਕੋਈ ਏਜ ਨਹੀਂ। ਮੇਰੇ ਮਦਰ ਨੇ ਜੀ ਮੇਰੇ ਨਾਲ ਹੀ ਕੰਮ ਸਟਾਰਟ ਕੀਤਾ ਵੈਨ ਸ਼ੀ ਮਸਟ ਬੀ ਅਰਾਊਂਡ 45-50, ਉਹਨਾਂ ਨੇ ਸਟਾਰਟ ਕੀਤਾ। ਹੁਣ ਅਸੀਂ ਦੋਨੋਂ ਇਕੱਠੇ ਕਰਦੇ ਹਾਂ ਕੰਮ। ਸੋ ਮੇਰੇ ਮਦਰ ਨੇ ਮੇਰੇ ਨਾਲ ਸਟਾਰਟ ਕੀਤਾ ਉਸ ਏਜ 'ਤੇ। ਪਹਿਲਾਂ ਵੀ ਕਰਦੇ ਸੀ, ਪਰ ਪਹਿਲਾਂ ਜਿਵੇਂ ਘਰੇ ਕਰ ਲਿਆ, ਕਦੇ ਉਹ ਮਿਲਿਆ ਨਹੀਂ ਨਾ ਇੰਪੈਟਸ ਕਿ ਤੂੰ ਵੀ ਜ਼ਿਆਦਾ ਇੱਕ ਲੈਵਲ 'ਤੇ ਇੰਟਰਨੈਟ ਨਹੀਂ ਹੁੰਦਾ ਸੀਗਾ। ਉਹਨਾਂ ਨੇ ਉੱਥੇ ਹੀ ਘਰੇ ਹੀ ਕਲਾਸਾਂ ਲੈ ਲਈਆਂ ਕੁੜੀਆਂ ਨੂੰ ਪੇਂਟ। ਸ਼ੀ ਇਜ਼ ਅ ਵੈਰੀ ਗੁੱਡ ਆਰਟਿਸਟ। ਘਰੇ ਹੀ ਸਿਖਾ ਲਿਆ, ਨੇਬਰਹੁੱਡ ਦੀਆਂ ਕੁੜੀਆਂ ਆ ਗਈਆਂ 4, ਉਹਨਾਂ ਨੂੰ ਪੇਂਟ ਕਰਨਾ ਸਿਖਾ ਲਿਆ। ਪਰ ਹੁਣ ਜੋ ਇੰਪਾਵਰਡ ਫੀਲ ਕਰਦੇ ਆ ਕੰਮ ਕਰਕੇ, ਐਂਡ ਜੋ ਮੈਂ ਉਹਨਾਂ ਦੀ ਅੱਖ 'ਚ ਇੱਕ ਚਮਕ ਦੇਖਦੀ ਹਾਂ ਵੀ ਮੇਰੇ ਕਰਕੇ ਵੀ ਉਹ that gives me satisfaction. And I would want my daughter to learn the same thing. ਕਿ ਕੁੜੀਆਂ they can outshine like anything. ਕਿਉਂਕਿ ਮਾਂ ਤੋਂ ਬਹੁਤ ਕੁਝ ਸਿੱਖਦੀਆਂ, ਬਹੁਤ ਕੁਝ ਸਿੱਖਦੇ ਹੋ ਜੀ ਤੁਸੀਂ। ਤੁਸੀਂ ਇਦਾਂ ਦੇਖਣੀਆਂ ਤਾਂ ਉਹ ਵੀ ਸਟਰੋਂਗ ਹੀ ਬਣਨੀ। ਸਟਰੋਂਗ ਬਣਨਾ ਬਹੁਤ ਜ਼ਰੂਰੀ ਹੈ ਜੀ ਅੱਜ ਕੱਲ੍ਹ, ਕਿਉਂਕਿ ਜੇ ਇੱਕ ਲੇਡੀ ਨਹੀਂ ਸਟਰੋਂਗ ਹੋਊਗੀ ਉਹ ਘਰ ਹੀ ਨਹੀਂ ਸਟਰੋਂਗ ਹੁੰਦਾ। ਬਿਲਕੁਲ ਸਹੀ ਗੱਲ ਹੈ। ਮੈਂ ਹੁਣ ਜਿੱਦਾਂ ਹੁਣ ਇੰਟਰਵਿਊ ਸਟਾਰਟ ਕੀਤੇ ਹੈਗੇ ਆ, ਤਾਂ ਮੈਂ ਉਹ ਜਾਣੇ ਹੈਗੇ ਉੱਥੇ ਜਿੱਦਾਂ ਗੁਰਦੀਪ ਹੈ, ਰੁਪਿੰਦਰ ਹੈ, ਸਾਰੇ ਜਾਣਦੇ ਹੀ ਉਹਨਾਂ ਨੂੰ, ਇੰਟਰਵਿਊਜ਼ ਵਗੈਰਾ ਕਰਦੇ ਹੋ ਨਾ। ਮਤਲਬ ਉਹ ਮੈਨੂੰ ਇੰਨੀ ਹੱਲਾਸ਼ੇਰੀ ਦਿੰਦੇ ਆ ਨਾ ਕਿ ਜੇ ਕਿਸੇ ਟਾਈਮ ਮੈਂ ਡਾਊਨ ਫੀਲ ਵੀ ਕਰਾਂ ਕਿ ਯਾਰ ਪਤਾ ਨਹੀਂ ਕਰ ਪਾਉਂਦੇ, ਕਿਉਂ ਨਹੀਂ ਕਰ ਪਾਓਗੇ, ਕਰੋ ਬੜਾ, ਮਤਲਬ ਮੈਨੂੰ ਇੰਨੀ ਸਪੋਰਟ ਦਿੰਦੇ ਆ ਨਾ। ਤੇ ਆਮ ਸ਼ੋਰ ਯੂ ਆਲਸੋ ਸੋ ਇੰਪਾਵਰਡ ਫॉर द डे, ਯੂ ਆਰ ਵਨ ਆਫ ਦ ਮੋਸਟ ਪਾਵਰਫੁਲ ਵੂਮਨ। ਹਾਂ, ਮੈਂ ਥੈਂਕ ਯੂ ਕਰਦੀ ਹਾਂ ਗੁਰਦੀਪ ਐਂਡ ਰੁਪਿੰਦਰ, ਥੈਂਕ ਯੂ ਸੋ ਮਚ। ਹਾਂ ਨਹੀਂ ਸਹੀ ਗੱਲ ਹੈ। ਤਾਂ ਸੁਖਮਨ ਐਂਡ 'ਤੇ ਮੈਂ ਇਹ ਕਹੂੰਗੀ ਹੁਣ ਕਿ ਕੋਈ ਮੇਰੇ ਲਈ ਸੁਨੇਹਾ, ਮੇਰੇ ਲਈ ਤੁਹਾਡੇ ਲਈ ਇਹੀ ਸੁਣਾਇਆ। ਮੈਂ ਤਾਂ ਤੁਹਾਨੂੰ ਨੈਕਸਟ ਆਪਦੀ ਮਾਡਲ ਰੱਖਣਾ ਨੈਕਸਟ ਸ਼ੂਟ ਲਈ। ਯੂ ਸੋ ਬਿਊਟੀਫੁਲ। ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਇਹ ਇੰਟਰਵਿਊ ਕਰਨ ਦਾ, ਤਾਂ ਕਿ ਕੁਛ ਵਿਚਾਰਾ ਆਪਣੀ ਗੱਲਬਾਤ ਨਾਲ ਮੇ ਬੀ ਕੋਈ ਇੱਕ ਕੁੜੀ ਇੰਸਪਾਇਰ ਹੋ ਜੇ ਤੇ ਉਹਦੀ ਪੂਰੀ ਜਨਰੇਸ਼ਨ ਅੱਗੇ
can be ਮੇਰਾ better. ਨਾ ਇੰਟਰੋਡਿਊਸ ਕਰਨ ਦਾ ਮਕਸਦ ਜ਼ਿਆਦਾ ਹੀ ਹੁੰਦਾ, ਮੈਨੂੰ ਇਦਾਂ ਹੁੰਦਾ ਕਿ ਕਈ ਲੋਕ ਨਾ ਜਿਵੇਂ ਤੁਹਾਡਾ ਨਾਮ ਜਾਣਦੇ ਆ ਪਰ ਤੁਹਾਨੂੰ ਤੁਹਾਡੇ ਫੇਸਿਸ ਨੂੰ ਨਹੀਂ ਜਾਣਦੇ ਹੈਗੇ, ਤਾਂ ਮੈਨੂੰ ਇਹ ਹੁੰਦਾ ਕਿ ਥੋੜੇ ਜਿੰਨੇ ਵੀ ਲੋਕ ਚੱਲ ਵਾਕਈ ਦੋ ਕੁੜੀਆਂ ਵੀ ਜੇ ਇਹ ਇੰਟਰੋਡਿਊਸ ਹੋਣ ਕੇ ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ, ਕਿਉਂ ਨਹੀਂ ਕਰ ਐਂਡ ਸਾਰੇ ਜੀ ਕੈਪੀਟਲ ਤੋਂ ਡਰਦੇ, ਜਿਹੜੀ ਮੈਂ ਹੋਰ ਗੱਲ ਵੀ ਆਪਾਂ ਕਿਵੇਂ ਇਨਵੈਸਟਮੈਂਟ ਕਰਾਂ। ਬਿਲਕੁਲ ਇਟਸ ਵਨ ਪਾਰਟ, ਇਨਵੈਸਟਮੈਂਟ ਇੱਕ ਪਾਰਟ ਹੁੰਦੀ ਹੈ, ਪਰ ਆਈ ਥਿੰਕ ਜੇ ਸ਼ੁਰੂ ਕਰੋ ਤਾਂ ਆਪੇ ਹੋ ਹੀ ਜਾਣਾ ਚਾਹੀਦਾ, ਬਟ ਆਏ ਯੂ ਹੈਵ ਟੂ ਬੀ ਵੈਰੀ ਰੈਗੂਲਰ। ਆਏ ਨਹੀਂ ਵੀ ਇੱਕ ਦਿਨ ਕਰਕੇ ਛੱਡਤਾ, ਹਰ ਦਿਨ ਉਹੀ ਤਪਿਸ਼, ਹਰ ਦਿਨ ਉਹੀ ਤਪਿਸ਼, ਤਪ ਕੇ ਫਿਰ ਸੋਨਾ ਬਣਨਾ, ਫਿਰ ਸੋਨਾ ਨੇ। ਹਾਂ ਮਤਲਬ ਹੋਣਾ ਸਟਾਰਟ ਜ਼ੀਰੋ ਤੋਂ ਹੀ, ਇਹ ਨਾ ਸੋਚੋ ਕਿ ਇਦਾਂ ਬਣਿਆ ਬਣਾਇਆ ਸਾਰਾ ਕੁਝ ਮਿਲ ਗਿਆ, ਜ਼ੀਰੋ ਤੋਂ। ਹਾਂ ਉਹ ਜ਼ੀਰੋ ਤੋਂ ਹੀ ਕਰਨਾ ਪੈਣਾ, ਹਰ ਚੀਜ਼ ਸਕ੍ਰੈਚ ਤੋਂ। ਐਂਡ ਆਈ ਥਿੰਕ ਦੈਟ ਇਜ਼ ਬੈਟਰ, ਸਟ੍ਰੈਸ ਨਹੀਂ ਹੁੰਦਾ। ਜ਼ੀਰੋ ਤੋਂ ਸਟਾਰਟ ਕਰਕੇ ਜਿਹੜਾ ਮਜ਼ਾ ਆਉਂਦਾ ਨਾ ਜੀ, ਫਿਰ ਉਹ ਕਰਕੇ ਉਹ ਫਿਰ ਉਹਦਾ ਨਜ਼ਾਰਾ ਹੀ ਹੋ ਰਿਹਾ। ਹਾਂ ਉਹ ਤਾਂ ਹੈ। ਫਿਰ ਬਾਕੀ ਆਉਣ ਵਾਲੇ ਟਾਈਮ 'ਚ ਹੁਣ ਅਸੀਂ ਕੀ ਨਵਾਂ ਕੀ ਪੇਸ਼ ਕਰ ਰਹੇ ਹੋ ਤੁਸੀਂ, ਨਵਾਂ ਲੈ ਕੇ, ਮਤਲਬ ਕੀ ਆ ਰਹੇ ਹੋ ਮਾਰਕੀਟ 'ਚ? ਬਸ ਸੂਨ ਤੁਹਾਨੂੰ ਇੱਕ ਧਮਾਕਾ ਦੇਵਾਂਗੇ। ਸੱਚੀ? ਕਲੈਕਸ਼ਨ ਅੰਡਰ ਪ੍ਰੋਸੈਸ ਹੈ, ਸੂਨ। ਓਕੇ ਅਸੀਂ ਵੇਟ ਕਰਾਂਗੇ, ਮਤਲਬ ਕਿ ਮੈਨੂੰ ਸੱਚੀ ਇੰਤਜ਼ਾਰ ਰਹੂਗਾ ਕਿ ਅਸੀਂ ਡੈਫੀਨਿਟਲੀ ਮਿਲਾਂਗੇ ਜ਼ਰੂਰ। ਡਨ। ਸੋ ਸੁਖਮਨ ਥੈਂਕ ਯੂ ਸੋ ਮਚ, ਮੈਨੂੰ ਬਹੁਤ ਹੀ ਚੰਗਾ ਲੱਗਿਆ। ਥੈਂਕ ਯੂ ਤੁਹਾਡਾ ਜੀ, ਤੁਸੀਂ ਮੈਨੂੰ ਮੇਰਾ ਇਹ ਡਿਫਰੈਂਟ ਇੱਕ ਕੀ ਕਹਿੰਦੇ ਹੁੰਦੇ ਆ ਫੇਸ ਲੋਕਾਂ ਨੂੰ ਦਿਖਾਇਆ, ਜਿਨ੍ਹਾਂ ਨੂੰ ਦੇ ਜਸਟ ਸੀ ਮੀ ਬਿਹਾਈਂਡ ਦ ਉਹ ਕਹਿ ਲਓ ਵੀ ਬਿਹਾਈਂਡ ਪਿਕਚਰਸ, ਬਿਹਾਈਂਡ ਦ ਕੈਮਰਾ ਵੀ ਬੜਾ ਇੱਦਾਂ ਆਏ। ਸੋ ਅੱਜ ਥੋੜਾ ਜਿਹਾ ਨਹੀਂ, ਤੁਹਾਡੀ ਗੱਲਬਾਤ ਸੁਣ ਕੇ ਮੈਨੂੰ ਲੱਗਦਾ ਤੁਹਾਨੂੰ ਬੜੇ ਖੁਸ਼ ਹੋਣਗੇ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਨਹੀਂ ਜਾਣਦੇ ਉਹ ਜਾਣਨ ਲੱਗ ਜਾਣਗੇ। ਆਮ ਸ਼ੋਰ ਜੀ, ਆਮ ਸ਼ੋਰ। ਯਾ ਸੋ ਥੈਂਕ ਯੂ ਸੋ ਮਚ। ਥੈਂਕ ਯੂ ਜੀ। ਫਿਰ ਆਪਾਂ ਮਿਲਦੇ ਹਾਂ, ਮੈਂ ਹਾਲੇ ਸੂਟ ਸਾਟ ਦੇਖਤੀ ਹਾਂ ਉੱਠ ਕੇ। ਸੋ ਇਹ ਸੀ ਜੀ ਸੁਖਮਨ ਪਿੰਡਰ, ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਹੈ। ਹੁਣ ਮੈਂ ਉੱਠ ਕੇ ਸੂਟ ਦੇਖਦੀ ਹਾਂ, ਤੁਸੀਂ ਵੀ ਇਹਨਾਂ ਤੱਕ ਪਹੁੰਚੇ ਹੋ, ਇੰਸਟਾਗ੍ਰਾਮ ਤੇ ਵੀ ਐਂਡ ਫੇਸਬੁੱਕ ਤੇ ਵੀ ਹੈ ਸੁਖਮਨ, ਤੁਸੀਂ ਉਹਦੇ ਬਾਰੇ ਦੱਸ ਦਿਓ ਥੋੜਾ। ਫੇਸਬੁੱਕ ਤੇ ਵੀ ਹੈ ਜੀ ਦ ਰੋਜ਼ ਗਰਲ ਕਰਕੇ, ਇੰਸਟਾਗ੍ਰਾਮ ਤੇ ਵੀ ਦ ਰੋਜ਼ ਗਰਲ ਕਰਕੇ ਹੈ ਪੇਜ, ਬਾਕੀ ਉਹਦੇ ਸਾਰੀਆਂ ਡਿਟੇਲਸ ਨੇ, ਨੰਬਰਸ ਨੇ, ਐਵਰੀਵੇਅਰ ਕੈਨ ਕੰਟੈਕਟ। ਹਾਂ ਤਾਂ ਚਲੋ ਅੱਜ ਦੀ ਗੱਲਬਾਤ ਇੰਨੀ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਜਵਾਨ ਰਹੋ, ਸੋਹਣੇ ਸੋਹਣੇ ਸੂਟ ਪਾਓ ਤੇ ਹਮੇਸ਼ਾ ਹੱਸਦੀਆਂ ਖੇਡਦੀਆਂ ਰਿਹਾ ਕਰੋ। ਸਤਿ ਸ਼੍ਰੀ ਅਕਾਲ।